ਸ਼੍ਰੀ ਅਕਾਲ ਜੀ। BM ਐਜੂਕੇਸ਼ਨ ਸਰਵਿਸਿਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਹਰਸ਼ ਧਮੀਜਾ ਦੇ ਵੱਲੋਂ ਸਵਾਗਤ ਹੈ ਜੀ। ਔਰ ਅੱਜ ਆਪਾਂ ਜੁੜ ਚੁੱਕੇ ਹਾਂ ਪ੍ਰੋਗਰਾਮ ਸਵਾਲ ਤੁਹਾਡੇ ਜਵਾਬ ਸਾਡੇ ਦੇ ਵਿੱਚ। ਔਰ ਮੇਰੇ ਨਾਲ ਮੌਜੂਦ ਨੇ ਸਾਡੇ ਵੀਜ਼ਾ ਐਕਸਪਰਟ ਸੁਖਜੀਤ ਜੀ। ਸੁਖਜੀਤ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੁਖਜੀਤ ਜੀ, ਬਹੁਤ ਜੀਆਂ ਗੱਲਾਂ ਜਿਹੜੀਆਂ ਹੈ ਇਕੱਠੀਆਂ ਹੋਈਆਂ ਪਈਆਂ। ਲੋਕਾਂ ਦੇ ਸਵਾਲ ਜਿਹੜੇ ਸਟੂਡੈਂਟਸ ਜਿਹੜੇ ਨੇ ਉਹ ਸਾਨੂੰ ਸਵਾਲ ਕਰ ਰਹੇ ਨੇ। ਹਰ ਰੋਜ਼ ਜਿਹੜੇ ਸਵਾਲ ਨਵੇਂ ਤੋਂ ਨਵੇਂ ਬਣ ਕੇ ਆ ਰਹੇ ਨੇ, ਨਵੇਂ ਚੇਂਜਸ ਆ ਰਹੇ ਨੇ। ਉਹਨਾਂ ਨੂੰ ਦੇਖਦੇ ਹੋਏ ਬੜੇ ਸਵਾਲ ਜਿਹੜੇ ਸਾਡੇ ਸਟੂਡੈਂਟਸ ਦੇ ਮਨ ਦੇ ਵਿੱਚ ਨੇ, ਤੇ ਉਹਨਾਂ ਸਵਾਲਾਂ ਦੇ ਅੱਜ ਆਪਾਂ ਜਵਾਬ ਜਿਹੜੇ ਆ ਉਹ ਤੁਹਾਡੇ ਕੋਲ ਲਵਾਂਗੇ ਔਰ ਸਟੂਡੈਂਟਸ ਤੱਕ ਵੀ ਇਹ ਜਾਣਕਾਰੀ ਪਹੁੰਚਾਵਾਂਗੇ ਇਸ ਪ੍ਰੋਗਰਾਮ ਰਾਹੀਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਚੱਲ ਸਕੇ ਕਿ ਕੀ ਜਿਹੜਾ ਹੈ ਚੱਲ ਰਿਹਾ ਹੈ। ਸੋ ਸ਼ੁਰੂਆਤ ਕਰਾਂਗੇ ਆਪਾਂ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਨੂੰ ਲੈ ਕੇ ਬੜੀਆਂ ਹੀ ਖਬਰਾਂ ਬਣੀਆਂ ਹੋਈਆਂ ਨੇ ਔਰ ਕਿਤੇ ਨਾ ਕਿਤੇ ਬਹੁਤ ਜਿਹੜੇ ਨੇ ਵਿਚਾਰ ਆ ਰਹੇ ਨੇ ਕਿ ਆਸਟ੍ਰੇਲੀਆ ਜਿਹੜਾ ਹੈ ਉਹ ਬੰਦ ਹੋ ਗਿਆ 2024 ਤੱਕ, ਔਰ ਇਸ ਤਰੀਕੇ ਦੀ ਜਿਹੜੀ ਹੈ ਰਿਊਮਰਸ ਜਿਹੜੇ ਆ ਸੁਣਨ ਨੂੰ ਮਿਲ ਰਹੇ ਨੇ। ਕੀ ਸਟੇਟਸ ਹੈ ਸਰ ਆਸਟ੍ਰੇਲੀਆ ਦਾ, ਇਹ ਜਾਣਨਾ ਚਾਹਾਂਗੇ। 2024 ਵਾਲੀ ਜਿਹੜੀ ਖਬਰ ਹੈ 2024 ਵਾਲੀ 2024 ਦੀ, ਉਹ ਕੀ ਨਿਊਜ਼ ਅਪਡੇਸ਼ਨ ਹੈ, ਕੀ ਦੱਸੋ ਉਹਦੇ ਬਾਰੇ। ਦੇਖੋ ਹਰਸ਼, ਜਿਹੜੀ ਇਹ ਗੱਲ ਮਤਲਬ ਅੱਜ ਇੱਕ ਰਿਊਮਰ ਉੱਡ ਰਿਹਾ ਹੈਗਾ ਕਿ 2024 ਤੱਕ ਜਿਹੜੀਆਂ ਫਲਾਈਟਸ ਹੈ ਉਹ ਕੰਟੀਨਿਊ ਨਹੀਂ ਹੋਣਗੀਆਂ ਜਾਂ ਆਸਟ੍ਰੇਲੀਅਨ ਬਾਰਡਰਸ ਬੰਦ ਰਹਿਣਗੇ, ਤਾਂ ਇਹੋ ਜਿਹਾ ਕੁਝ ਨਹੀਂ। ਹਾਂ, ਆਸਟ੍ਰੇਲੀਆ ਦੀ ਗਵਰਨਮੈਂਟ ਵੱਲੋਂ ਇੱਕ ਸਟੇਟਮੈਂਟ ਜ਼ਰੂਰ ਆਈ ਸੀਗੀ ਕਿ ਇਹ ਜੋ ਪ੍ਰੀ ਪੈਂਡੇਮਿਕ ਸਿਚੁਏਸ਼ਨ ਸੀ, ਯਾਨੀ ਕਿ ਕੋਵਿਡ ਤੋਂ ਪਹਿਲਾਂ ਜੋ ਸਿਚੁਏਸ਼ਨ ਸੀ, ਉਸ ਸਿਚੁਏਸ਼ਨ 'ਚ ਕਿਸੇ ਵੀ ਕੰਟਰੀ ਜਾਂ ਆਸਟ੍ਰੇਲੀਆ ਵਰਗੀ ਕੰਟਰੀ ਨੂੰ ਵਾਪਸ ਪਹੁੰਚਣ ਲਈ 2024 ਤੱਕ ਦਾ ਸਮੇਂ ਲੱਗ ਜੂ। ਯਾਨੀ ਕਿ ਜੋ ਸਾਰਾ ਕੁਝ ਨਾਰਮਲ ਹੋਣ ਤੇ 2024 ਤੱਕ ਦਾ ਸਮੇਂ ਲੱਗੂਗਾ, ਪਰ ਫਲਾਈਟਸ 2024 ਤੱਕ ਬੰਦ ਰਹਿਣਗੀਆਂ ਇਹ ਨਹੀਂ ਕਿਹਾ ਗਿਆ। ਫਲਾਈਟਸ ਹੋ ਸਕਦਾ ਜਲਦੀ ਓਪਨ ਹੋ ਜਾਣ, ਪਰ ਉਹਨਾਂ ਤੇ ਕੁਝ ਨਾ ਕੁਝ ਕੰਡੀਸ਼ਨਸ ਹੋ ਸਕਦੀਆਂ। ਜਦੋਂ ਵੀ ਆਸਟ੍ਰੇਲੀਆ ਫਲਾਈਟਸ ਕੰਟੀਨਿਊ ਕਰੇਗਾ ਤਾਂ ਉਹ ਤੇ ਕੁਝ ਕੰਡੀਸ਼ਨਸ ਲਗਾ ਦਿੱਤੀਆਂ ਜਾਣਗੀਆਂ। ਜਿਵੇਂ ਇਹ ਹੋ ਸਕਦਾ ਹੈ ਕਿ ਆਸਟ੍ਰੇਲੀਆ ਇਹ ਕਹਦੇ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਅੰਦਰ ਜਾਣਾ ਹੈ, ਆਸਟ੍ਰੇਲੀਆ ਦੀਆਂ ਫਲਾਈਟਸ ਪਕੜਨੀਆਂ ਆਈਆਂ, ਤਾਂ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਵੈਕਸੀਨੇਸ਼ਨ ਜ਼ਰੂਰੀ ਕਰ ਦੇਗਾ ਉਹ, ਕਿ ਜਿਹੜੇ ਪਰਸਨ ਦੀ ਵੈਕਸੀਨੇਸ਼ਨ ਹੋਏਗੀ ਉਸੇ ਨੂੰ ਆਸਟ੍ਰੇਲੀਅਨ ਵੀਜ਼ਾ ਮਿਲੇਗਾ। ਸੈਕਿੰਡ ਥਿੰਗ ਇਹ ਹੋ ਸਕਦੀ ਹੈਗੀ ਕਿ ਜੇਕਰ ਜੋ ਪਰਸਨ ਮੰਨ ਲਓ ਆਸਟ੍ਰੇਲੀਆ ਦੇ ਵਿੱਚ ਜਾਂਦਾ ਹੈਗਾ, ਕਈ ਲੋਕ ਟੂਰਿਸਟ ਵੀਜ਼ਾ ਤੇ ਵੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਾਣ, ਜਾਂ ਕੋਈ ਆਸਟ੍ਰੇਲੀਅਨ ਪਰਸਨ ਹੈਗਾ ਉਹ ਕਿਤੇ ਇੱਧਰ ਉੱਧਰ ਕਿਸੇ ਦੇਸ਼ ਦੇ ਵਿੱਚ ਕਿਸੇ ਕੰਟਰੀ 'ਚ ਘੁੰਮਣ ਲਈ ਜਾਂਦਾ, ਤਾਂ ਉਹ ਕਿੰਨੇ ਵਾਰ ਟਰੈਵਲ ਕਰ ਸਕਦਾ, ਉਸ ਤੇ ਕੰਡੀਸ਼ਨਸ ਲੱਗ ਸਕਦੀਆਂ। ਜੋ ਪਲੇਨਸ ਆਸਟ੍ਰੇਲੀਆ ਦੇ ਵਿੱਚ ਜਾਣਗੇ ਉਹਨਾਂ ਤੇ ਕੰਡੀਸ਼ਨਸ ਲੱਗ ਸਕਦੀਆਂ ਕਿ ਕਿੰਨੇ ਪੈਸੇਂਜਰ ਟਰੈਵਲ ਕਰ ਪਾਉਣਗੇ। ਤੇ ਕੁਝ ਇਹ ਚੀਜ਼ਾਂ ਵੀ ਹੋ ਸਕਦੀਆਂ, ਕੁਝ ਕੰਟਰੀਜ਼ ਨੂੰ ਵੀ ਉਹ ਧਿਆਨ ਰੱਖੂਗਾ। ਜਿਵੇਂ ਕਿ ਹੋ ਸਕਦਾ ਹੈ ਕੁਝ ਕੰਟਰੀਜ਼ ਤੇ ਕੰਡੀਸ਼ਨ ਲਗਾ ਦੇ, ਜਿਸ ਕੰਟਰੀ 'ਚ ਕੋਵਿਡ ਜ਼ਿਆਦਾ ਹੋਊਗਾ, ਕਰੋਨਾ ਜ਼ਿਆਦਾ ਹੋਊਗਾ, ਉਸ ਕੰਟਰੀ 'ਚ ਹੋ ਸਕਦਾ ਉਸ ਨੂੰ ਉਹ ਮਤਲਬ ਹੋ ਸਕਦਾ ਕੁਝ ਸਮੇਂ ਲਈ ਸਟਾਪ ਕਰ ਦੇ ਉੱਥੋਂ ਪੈਸੇਂਜਰਸ ਲੈਣੇ, ਤਾਂ ਜਿਸ ਕੰਟਰੀ 'ਚ ਕਰੋਨਾ ਨਹੀਂ ਹੋਊਗਾ, ਕਰੋਨਾ ਦੀ ਸਟੇਜ ਦੇਖ ਕੇ ਉਸ ਕੰਟਰੀ ਨੂੰ ਉਹ ਅਪਰੂਵਲ ਦੇ ਸਕਦਾ। ਤਾਂ ਇਹ ਕੁਝ ਕੰਡੀਸ਼ਨਸ ਲੱਗ ਸਕਦੀਆਂ ਹੈਗੀਆਂ। ਤਾਂ ਪਰ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਹੈਗਾ ਕਿ 2024 ਤੱਕ ਬਾਰਡਰਸ ਕਲੋਜ਼ ਨੇ, ਇਹੋ ਜਿਹਾ ਕੁਝ ਨਹੀਂ ਹੈਗਾ। ਬਲਕਿ NSW ਨੇ ਤਾਂ ਆਪਣੇ ਜਿਹੜੇ ਵੀ ਅਕੋਮੋਡੇਸ਼ਨ ਪ੍ਰੋਵਾਈਡਰਸ ਨੇ ਉਹਨਾਂ ਨੂੰ ਇਹ ਕਿਹਾ ਹੈਗਾ ਕਿ ਤੁਸੀਂ ਆਪਣਾ ਜੋ ਪਲਾਨ ਆ ਅਕੋਮੋਡੇਸ਼ਨ ਦਾ, ਕੁਆਰੰਟੀਨ ਪਲਾਨ ਹੈਗਾ, ਉਹ ਤੁਸੀਂ ਸਾਨੂੰ ਐਕਸਪਲੇਨ ਕਰੋ। ਈਵਨ ਦੈਨ ਜੋ ਆਸਟ੍ਰੇਲੀਅਨ PM ਹੈਗੇ ਉਹਨਾਂ ਨੇ ਵੀ ਲੋਕਾਂ ਨੂੰ ਇਹ ਕਿਹਾ ਹੈਗਾ ਕਿ ਜੋ ਵੀ ਆਸਟ੍ਰੇਲੀਅਨਸ ਹੈ ਜੋ ਕਿਸੇ ਅਦਰ ਕੰਟਰੀ 'ਚ ਟਰੈਵਲ ਕਰਦੇ ਆ ਤੇ ਫਿਰ ਜਦੋਂ ਵਾਪਸ ਆਸਟ੍ਰੇਲੀਆ ਜਾਣਗੇ, ਜੇਕਰ ਉਹਨਾਂ ਦੀ ਵੈਕਸੀਨੇਸ਼ਨ ਹੋਈ ਹੈ ਤਾਂ ਉਹਨਾਂ ਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਹ ਦੋਨੇ ਇੱਕ ਪੋਜ਼ਿਟਿਵ ਸਾਈਨ ਹੈ। ਕੋਈ ਗਵਰਨਮੈਂਟ ਜੇਕਰ ਕੁਆਰੰਟੀਨ ਪਲਾਨ ਡਿਸਕਸ ਕਰ ਰਹੀ ਹੈ, ਇਟ ਮੀਨਸ ਉਹ ਇਹ ਬਣਾਉਣਾ ਚਾਹ ਰਹੀ ਹੈ ਕਿ ਸਟੂਡੈਂਟਸ ਇੱਥੇ ਜਦੋਂ ਆਉਣਗੇ ਤਾਂ ਕੁਆਰੰਟੀਨ ਹੋਣ। ਦੂਜਾ ਇਹ ਵੀ ਪੋਜ਼ਿਟਿਵ ਸਾਈਨ ਹੈ ਕਿ ਉਹ ਵੈਕਸੀਨੇਸ਼ਨ ਦੇ ਉੱਤੇ ਟਰਸਟ ਕਰਦੇ ਹੈਗੇ ਕਿ ਜੇ ਕੋਈ ਆਸਟ੍ਰੇਲੀਅਨ ਆਊਟ ਆਫ ਕੰਟਰੀ ਜਾਂਦਾ ਫਿਰ ਵਾਪਸ ਆਉਂਦਾ ਤਾਂ ਉਹਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਪੋਜ਼ਿਟਿਵ ਸਾਈਨਸ ਨੇ। ਫਲਾਈਟਸ ਹੋ ਸਕਦਾ ਇਸ ਸਾਲ ਦੇ ਵਿੱਚ ਖੁੱਲ ਜਾਣ। ਜੀ ਬਿਲਕੁਲ, ਕਹਿਣ ਦਾ ਮਤਲਬ ਤਾਂ ਇਹੀ ਸਮਝੀਏ ਕਿ ਇਹ ਜਿਹੜੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਉਹ ਸੁਰੱਖਿਆ ਦੇ ਮੱਦੇ ਨਜ਼ਰ ਹੁੰਦੇ ਹੋਏ ਹੈਗੀਆਂ, ਪਰ ਇਹ ਜਿਹੜੀਆਂ ਆਪਾਂ ਗੱਲ ਕਰੀਏ ਕਿ ਬੰਦ ਹੋ ਗਿਆ ਹੈ ਜਾਂ ਕਦੀ ਵੀ ਆਸਟ੍ਰੇਲੀਆ ਖੁੱਲੇਗਾ ਨਹੀਂ ਜਾਂ 2024 ਤੱਕ ਟਰੈਵਲਿੰਗ ਹੈ, ਉਹ ਇਹੋ ਜਿਹੀ ਗੱਲ ਨਹੀਂ ਹੈ। ਬਿਲਕੁਲ ਜੀ। ਸੋ ਸਰ, ਗੱਲ ਕਰਾਂਗੇ ਹੁਣ ਆਪਾਂ ਆਸਟ੍ਰੇਲੀਆ ਦੇ ਹੀ ਬਾਰੇ। ਜਿਹੜਾ ਅਗਲਾ ਕੁਐਸਚਨ ਸਾਡੇ ਕੀ ਸਟੂਡੈਂਟਸ ਨੇ ਪੁੱਛਿਆ ਹੈ ਕਿ ਆਸਟ੍ਰੇਲੀਆ ਦੇ ਲਈ ਹੁਣ ਇਸ ਕੰਡੀਸ਼ਨ ਨੂੰ ਦੇਖਦੇ ਹੋਏ ਕਿ ਸਟੂਡੈਂਟਸ ਨੂੰ ਆਪਣੇ ਵੀਜ਼ਾ ਜਿਹੜੇ ਨੇ ਉਹ ਅਪਲਾਈ ਕਰਨੇ ਚਾਹੀਦੇ ਨੇ, ਵੀਜ਼ਾ ਜਿਹੜੇ ਨੇ ਉਹਦੇ ਲਈ ਐਪਲੀਕੇਸ਼ਨ ਜਿਹੜੀਆਂ ਹੁਣ ਦੀ ਘੜੀ ਲਗਾਉਣੀਆਂ ਚਾਹੀਦੀਆਂ ਨੇ। ਦੇਖੋ, ਜੇਕਰ ਮੈਂ ਗੱਲ ਕਰਾਂ ਜਿਹੜੇ ਸਟੂਡੈਂਟ ਇਹ ਸੋਚ ਰਹੇ ਕਿ ਸਟੱਡੀ ਵੀਜ਼ਾ ਲਈ ਜਾਂ ਅਪਲਾਈ ਕਰੀਏ ਜਾਂ ਨਾ ਕਰੀਏ, ਉਹਨਾਂ ਨੂੰ ਥੋੜਾ ਡਾਊਟ ਹੈ ਇਸ ਗੱਲ ਦੇ ਉੱਤੇ, ਤਾਂ ਮੈਂ ਉਹਨਾਂ ਨੂੰ ਸੁਜੈਸ਼ਨ ਜ਼ਰੂਰ ਦਊਂਗਾ ਕਿ ਇਹ ਸਭ ਤੋਂ ਵਧੀਆ ਟਾਈਮ ਹੈ ਆਸਟ੍ਰੇਲੀਅਨ ਵੀਜ਼ਾ ਹਾਸਲ ਕਰਨ ਲਈ, ਜੇਕਰ ਤੁਸੀਂ ਸਟੱਡੀ ਲਈ ਜਾ ਰਹੇ ਹੋਗੇ। ਕਿਉਂਕਿ ਇਸ ਟਾਈਮ ਆਸਟ੍ਰੇਲੀਆ ਉਹਨਾਂ ਕੈਂਡੀਡੇਟਸ ਨੂੰ ਵੀ ਵੀਜ਼ਾ ਦੇ ਰਿਹਾ ਹੈਗਾ ਜਿਹੜੇ ਕੈਂਡੀਡੇਟਸ ਪਹਿਲਾਂ ਸ਼ਾਇਦ ਵੀਕ ਪ੍ਰੋਫਾਈਲ ਮੰਨੇ ਜਾਂਦੇ ਸੀ। ਜੇਕਰ ਮੈਂ ਗੱਲ ਕਰਾਂ ਕੋਵਿਡ ਤੋਂ ਪਹਿਲਾਂ ਸ਼ਾਇਦ ਜਿਨ੍ਹਾਂ ਨੂੰ ਵੀਜ਼ਾ ਵੀ ਨਹੀਂ ਮਿਲ ਰਹੇ ਸੀ, ਅੱਜ ਦੇ ਟਾਈਮ 'ਚ ਉਹਨਾਂ ਨੂੰ ਵੀ ਵੀਜ਼ਾ ਮਿਲ ਰਹੇ ਆ। ਰੀਜ਼ਨ ਕੀ ਆ, ਕੁਝ ਵੀਕ ਪ੍ਰੋਫਾਈਲਸ ਵੀ ਵਿੱਚ ਦੀ ਮਤਲਬ ਉਹਨਾਂ ਨੂੰ ਵੀਜ਼ਾ ਮਿਲ ਰਹੇ ਹੈਗੇ। ਤਾਂ ਅੱਜ ਦੇ ਟਾਈਮ ਦੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਜ਼ਰੂਰ ਲਗਾਉਣਾ ਚਾਹੀਦਾ ਹੈਗਾ।
ਜੇਕਰ ਤੁਸੀਂ ਵੀਜ਼ਾ ਲਗਾਉਂਦੇ ਹੋ ਪਹਿਲਾਂ ਤੁਹਾਨੂੰ 2-3 ਮਹੀਨੇ ਦਾ ਪ੍ਰੋਸੈਸ ਇਹ ਮਿਲ ਜਾਂਦਾ ਹੈਗਾ ਸਮਾਂ, ਹੋ ਸਕਦਾ ਉਦੋਂ ਤੱਕ ਫਲਾਈਟਸ ਓਪਨ ਹੋ ਜਾਣ। ਜੇ ਫਲਾਈਟਸ ਨਹੀਂ ਵੀ ਓਪਨ ਹੁੰਦੀਆਂ ਉਦੋਂ ਤੱਕ ਤਾਂ ਤੁਸੀਂ ਫਿਰ ਵੀ ਇਹ ਕੋਸ਼ਿਸ਼ ਕਰ ਸਕਦੇ ਹੋ ਕਿ ਤੁਸੀਂ ਇਹਦਾ ਕੋਰਸ ਡੈਫਰ ਕਰਵਾ ਲਓ। ਤਾਂ ਆਸਟ੍ਰੇਲੀਆ ਦੇ ਟਾਈਮ ਦੇ ਵਿੱਚ ਜੇਕਰ ਮੇਰੀ ਸੁਜੈਸ਼ਨ ਤੁਸੀਂ ਲਓਗੇ ਤਾਂ ਅੱਜ ਦੇ ਟਾਈਮ 'ਚ ਸਟੂਡੈਂਟਸ ਜਿਨ੍ਹਾਂ ਦਾ ਡ੍ਰੀਮ ਹੈ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੜ੍ਹਨ ਦਾ, ਜੋ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਨੂੰ ਡਿਲੇ ਬਿਲਕੁਲ ਨਹੀਂ ਕਰਨਾ ਚਾਹੀਦਾ, ਜਲਦ ਤੋਂ ਜਲਦ ਲਗਾਉਣਾ ਚਾਹੀਦਾ। ਜੀ ਸਰ, ਗੱਲ ਕਰਾਂਗੇ ਆਪਾਂ ਉਹਨਾਂ ਸਟੂਡੈਂਟਸ ਦੇ ਲਈ ਵੀ ਜਿਹੜੇ ਕਿ ਕਈ ਵਾਰੀ ਘਬਰਾ ਜਾਂਦੇ ਆ, ਉਹਨਾਂ ਨੂੰ ਐ ਲੱਗਦਾ ਹੈ ਕਿ ਅਗਰ ਆਪਾਂ ਅੱਜ ਦੀ ਘੜੀ ਅਗਰ ਵੀਜ਼ਾ ਲਗਾਵਾਂਗੇ ਤਾਂ ਫਾਈਲ ਲਗਾਵਾਂਗੇ ਤਾਂ ਵੀਜ਼ਾ ਜਿਹੜਾ ਹੈ ਰਿਫਿਊਜ਼ਲ ਨਾ ਆ ਜਾਵੇ, ਔਰ ਉਹਨਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਜੋ ਅੱਜ ਦੀ ਘੜੀ 'ਚ ਅਗਰ ਆਪਣੀ ਫਾਈਲ ਲਗਾਉਂਦੇ ਆ, ਔਰ ਕਿਹੜੇ ਇਨਟੇਕ ਦੇ ਲਈ ਉਹਨਾਂ ਨੂੰ ਆਪਣੀ ਜਿਹੜੀ ਆ ਫਾਈਲ ਲਗਾਉਣੀ ਚਾਹੀਦੀ ਹੈ? ਦੇਖੋ ਅੱਜ ਦੀ ਘੜੀ ਜੇਕਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰ ਰਹੇ ਹੋ ਜੀ ਤਾਂ ਸਭ ਤੋਂ ਜੋ ਨੇੜੇ ਇਨਟੇਕ ਆ ਉਹ ਜੁਲਾਈ ਇਨਟੇਕ ਆ। ਜੀ ਜੁਲਾਈ ਇਨਟੇਕ ਲਈ ਸਟੂਡੈਂਟਸ ਨੂੰ ਫਾਈਲ ਲਗਾਉਣੀ ਚਾਹੀਦੀ ਆ। ਉਸ ਤੋਂ ਬਾਅਦ ਤਾਂ ਕਈ ਇਨਟੇਕਸ ਹੋਰ ਆਉਂਦੇ ਆ, ਪਰ ਮੈਂ ਫਿਲਹਾਲ ਇਹ ਕਹੂੰਗਾ ਕਿ ਜੁਲਾਈ ਇਨਟੇਕ ਲਈ ਉਹ ਟਰਾਈ ਕਰਨ। ਤਾਂ ਜੁਲਾਈ ਇਨਟੇਕ ਲਈ ਸਟੂਡੈਂਟਸ ਟਰਾਈ ਕਰਨ। ਰਿਫਿਊਜ਼ਲ ਤੋਂ ਬਚਣ ਲਈ ਉਹ ਕਿਸ ਕੰਸਲਟੈਂਟ ਦੇ ਥਰੂ ਫਾਈਲ ਲਗਾ ਰਹੇ ਆ, ਜੀ ਖੁਦ ਥੋੜੀ ਬਹੁਤੀ ਰਿਸਰਚ ਸਟੂਡੈਂਟ ਖੁਦ ਵੀ ਕਰਨ। ਜ਼ਿਆਦਾਤਰ ਸਟੂਡੈਂਟ 100% ਡਿਪੈਂਡੈਂਟ ਹੋ ਜਾਂਦੇ ਹੈਗੇ, ਕੁਝ ਅਵੇਅਰਨੈਸ ਨਹੀਂ ਹੁੰਦੀ, ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ, ਤਾਂ ਕੰਸਲਟੈਂਟ ਜਿਸ ਤਰੀਕੇ ਨਾਲ ਵੀ ਫਾਈਲ ਉਹਨਾਂ ਦੀ ਪ੍ਰੋਸੀਡ ਕਰ ਦਿੰਦਾ ਹੈਗਾ ਤਾਂ ਉਹਦੇ ਕਾਰਨ ਹੋ ਸਕਦਾ ਉਹਨਾਂ ਨੂੰ ਰਿਫਿਊਜ਼ਲ ਦੇਖਣੀ ਪੈ ਜਾਂਦੀ ਹੈ। ਥੋੜੀਆਂ ਜਿਹੀਆਂ ਚੀਜ਼ਾਂ ਦਾ ਧਿਆਨ ਹੋਵੇ ਉਹਨਾਂ ਨੂੰ ਕਿ ਜੀਟੀ ਕੀ ਚੀਜ਼ ਹੈ, ਐਸਓਪੀ ਕੀ ਚੀਜ਼ ਹੈ। ਜੇਕਰ ਇਹਨਾਂ ਚੀਜ਼ਾਂ ਦੀ ਨੌਲੇਜ ਹੈ, ਕਿਹੜਾ ਕੋਰਸ ਉਹਨਾਂ ਨੇ ਚੁਣਨਾ ਹੈਗਾ, ਕਿਹੜੀ ਸਿਟੀ 'ਚ ਜਾਣਾ, ਜੇ ਥੋੜੀਆਂ ਬਹੁਤੀਆਂ ਚੀਜ਼ਾਂ ਦੀ ਰਿਸਰਚ ਸਟੂਡੈਂਟ ਕਰਕੇ ਆਉਣ ਤਾਂ ਰਿਫਿਊਜ਼ਲ ਤੋਂ ਬਚਿਆ ਜਾ ਸਕਦਾ। ਜੀ ਬਿਲਕੁਲ, ਇਹ ਵੀ ਗੱਲਾਂ ਕਿਤੇ ਨਾ ਕਿਤੇ ਸਹੀ ਇਹਨਾਂ ਦੀਆਂ ਨੇ ਜੀ ਬਿਲਕੁਲ, ਕਿ ਸਟੂਡੈਂਟਸ ਨੂੰ ਜਿਹੜਾ ਹੈ ਆਪਦੇ ਬਾਰੇ ਜਿਹੜੀ ਆਪਣੀ ਉਹ ਫਾਈਲ ਲਗਾ ਰਹੇ ਨੇ ਜਿਸ ਕੰਟਰੀ ਦੇ ਲਈ, ਉਹਦੇ ਬਾਰੇ ਉਹਨਾਂ ਨੂੰ ਖੁਦ ਵੀ ਜਿਹੜਾ ਹੈ ਪ੍ਰਿਪੇਅਰ ਹੋਣਾ ਚਾਹੀਦਾ, ਉਹਦੇ ਬਾਰੇ ਨੌਲੇਜ ਜਿਹੜੀ ਆ ਉਹਨਾਂ ਨੂੰ ਰੱਖਣੀ ਚਾਹੀਦੀ ਹੈ। ਸੋ ਜੀ ਗੱਲ ਕਰਾਂਗੇ ਆਪਾਂ ਹੁਣ ਉਹਨਾਂ ਸਟੂਡੈਂਟਸ ਦੇ ਬਾਰੇ ਸਰ ਕਿ ਜਿਨ੍ਹਾਂ ਦੇ ਰਿਫਿਊਜ਼ਲ ਆਲਰੇਡੀ ਆ ਚੁੱਕੇ ਹੈ, ਇੱਕ ਜਾਂ ਦੋ ਤੋਂ ਜ਼ਿਆਦਾ ਰਿਫਿਊਜ਼ਲ ਵੀ ਆ ਚੁੱਕੇ ਨੇ, ਉਹਨਾਂ ਸਟੂਡੈਂਟਸ ਨੂੰ ਆਸਟ੍ਰੇਲੀਆ ਦਾ ਵੀਜ਼ਾ ਕਦੋਂ ਲਗਾਉਣਾ ਚਾਹੀਦਾ ਹੈ? ਦੇਖੋ ਸਭ ਤੋਂ ਪਹਿਲਾਂ ਨਾ ਆਸਟ੍ਰੇਲੀਆ ਜਿਹੜਾ ਹੈਗਾ ਰਿਫਿਊਜ਼ਲ ਕਿਉਂ ਦਿੰਦਾ ਹੈ? ਆਸਟ੍ਰੇਲੀਆ ਰਿਫਿਊਜ਼ਲ ਦਿੰਦਾ ਸਰਕਮਸਟੈਂਸਸ ਦੇ ਬਿਹਾਫ ਤੇ। ਜੀ ਕੁਝ ਗਲਤੀਆਂ ਜਦੋਂ ਆਪਾਂ ਕਰਦੇ ਹਾਂ, ਆਪਣੀ ਜੀਟੀ ਪ੍ਰੋਪਰ ਨਹੀਂ ਹੈਗੀ, ਆਪਣੀ ਐਸਓਪੀ ਪ੍ਰੋਪਰ ਨਹੀਂ ਹੈਗੀ, ਤਾਂ ਆਸਟ੍ਰੇਲੀਆ ਤੁਹਾਨੂੰ ਰਿਫਿਊਜ਼ਲ ਦਿੰਦਾ ਹੈਗਾ। ਮੈਂ ਹਮੇਸ਼ਾ ਸਟੂਡੈਂਟ ਨੂੰ ਕਹਿੰਦਾਗਾ ਕਿ ਆਸਟ੍ਰੇਲੀਆ ਜੇਕਰ ਜਾਣਾ ਚਾਹੁੰਦੇ ਹੋਗੇ ਤਾਂ ਤੁਸੀਂ ਜੀਟੀ ਲਈ ਪੂਰੀ ਤਰੀਕੇ ਨਾਲ ਸਟੱਡੀ ਕਰੋ ਕਿ ਜੀਟੀ ਕੀ ਹੈ, ਜਿਹਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਇਹ ਐਕਸਪਲੇਨ ਕਰਨਾ ਪੈਂਦਾ ਹੈਗਾ ਕਿ ਐਮਬੈਸੀ ਨੂੰ ਤੁਹਾਨੂੰ ਇਹ ਐਕਸਪਲੇਨ ਕਰਨਾ ਪੈਂਦਾ ਤੁਸੀਂ ਆਸਟ੍ਰੇਲੀਆ ਕੰਟਰੀ ਨੂੰ ਕਿਉਂ ਚੁਣਿਆ, ਜੀ ਤੁਸੀਂ ਸਪੈਸੀਫਿਕ ਕਾਲਜ ਕਿਉਂ ਚੁਣਿਆ, ਤੁਸੀਂ ਸਪੈਸੀਫਿਕ ਸਿਟੀ ਜਾਂ ਸਪੈਸੀਫਿਕ ਕੋਰਸ ਕਿਉਂ ਚੁਣਿਆ। ਇਹ ਚੀਜ਼ਾਂ ਕਲੀਅਰ ਕਰਨੀਆਂ ਪੈਂਦੀਆਂ। ਫਾਈਨੈਂਸ਼ੀਅਲ ਸਰਕਮਸਟੈਂਸਿਸ ਵੀ ਮੈਟਰ ਕਰਦੇ ਆ ਇੱਥੇ, ਫੰਡਸ ਵੀ ਮੈਟਰ ਕਰਦੇ ਆ, ਇਹ ਚੀਜ਼ਾਂ ਆਸਟ੍ਰੇਲੀਆ ਲਈ ਮੈਟਰ ਕਰਦੀਆਂ। ਹੁਣ ਜਿਹੜੇ ਬੱਚਿਆਂ ਦੇ ਆਲਰੇਡੀ ਰਿਫਿਊਜ਼ਲ ਆ ਚੁੱਕੇ ਨੇ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਜਿਨ੍ਹਾਂ ਦੇ ਆਲਰੇਡੀ ਰਿਫਿਊਜ਼ਲ ਆ ਚੁੱਕੇ, ਸਭ ਤੋਂ ਪਹਿਲਾਂ ਉਹ ਕੋਸ਼ਿਸ਼ ਕਰਨ ਆਪਦੀ ਐਸਓਪੀ ਪੜ੍ਹਨ ਕਿ ਜਿਸ ਵੀ ਮਤਲਬ ਕੰਸਲਟੈਂਟ ਦੇ ਥਰੂ ਉਹਨਾਂ ਨੇ ਫਾਈਲ ਲਗਾਈ ਸੀ ਉਸ ਨੇ ਉਹਨਾਂ ਦੀ ਐਸਓਪੀ ਦੇ ਵਿੱਚ ਕੀ ਲਿਖਵਾਤਾ, ਕਿਹੜੀਆਂ ਗੱਲਾਂ ਲਿਖਵਾਤੀਆਂ, ਉਹ ਗੱਲਾਂ ਪਹਿਲਾਂ ਖੁਦ ਸਟੱਡੀ ਕਰਨ, ਫਿਰ ਨੈਕਸਟ ਕਿਸੇ ਵੀ ਕੰਸਲਟੈਂਟ ਕੋਲ ਜਾਣ। ਦੂਸਰੀ ਚੀਜ਼ ਵਿੱਚੋਂ ਗੈਪ ਜ਼ਰੂਰ ਦੇਣ। ਇਹ ਨਹੀਂ ਹੈਗਾ ਕਿ ਅੱਜ ਉਹਨਾਂ ਦੀ ਰਿਫਿਊਜ਼ਲ ਆਈ ਤੇ ਕੱਲ ਫਿਰ ਟਰਾਈ ਕਰਨ, ਨਹੀਂ। ਪਹਿਲਾਂ ਉਹ ਸਰਕਮਸਟੈਂਸਿਸ ਦੇਖਣ, ਪਹਿਲਾਂ ਉਹ ਕੰਡੀਸ਼ਨਸ ਦੇਖਣ, ਕਿੰਨਾ ਕਾਰਨਾਂ ਕਰਕੇ ਰਿਫਿਊਜ਼ਲ ਆਈ ਹੈ, ਫਿਰ ਕਿਸੇ ਚੰਗੇ ਕੰਸਲਟੈਂਟ ਦੀ ਸਲਾਹ ਲੈਣ, ਉਸ ਤੋਂ ਬਾਅਦ ਆਪਣੀ ਐਸਓਪੀ ਅੱਛੇ ਤਰੀਕੇ ਨਾਲ ਲਿਖਵਾਉਣ ਜਾਂ ਲਿਖਣ। ਮੈਂ ਤਾਂ ਇਹੀ ਕਹਿੰਦਾ ਸਟੂਡੈਂਟ ਲਿਖਣ, ਕੰਸਲਟੈਂਟ ਦੀ ਹੈਲਪ ਲੈ ਲੈਣ ਉਹ, ਤੇ ਉਸ ਤੋਂ ਬਾਅਦ ਉਹ ਨੈਕਸਟ ਟਰਾਈ ਕਰਨ, ਪਰ ਗੈਪ ਜ਼ਰੂਰ ਦੇ ਦੇਣ ਵਿੱਚ 2 ਤੋਂ 3 ਮਹੀਨਿਆਂ ਦਾ, ਜੋ ਜ਼ਰੂਰੀ ਹੈ। ਜੀ ਬਿਲਕੁਲ। ਸੋ ਇਹਨਾਂ ਦਾ ਕਹਿਣਾ ਜੀ ਅਗਰ ਜੇਕਰ ਰਿਫਿਊਜ਼ਲ ਹੈ ਆਸਟ੍ਰੇਲੀਆ ਦੀ, ਅਗਰ ਤੁਹਾਡੀ ਫਾਈਲ ਤੁਸੀਂ ਲਗਾਈ ਸੀ ਉਹਦੇ ਚੋਂ 1 ਜਾਂ 2 ਤੋਂ ਵੱਧ ਜਿਹੜੇ ਰਿਫਿਊਜ਼ਲ ਆ ਚੁੱਕੇ ਨੇ ਤਾਂ ਤੁਸੀਂ 2 ਤੋਂ 3 ਮਹੀਨੇ ਤੱਕ ਦਾ ਵੇਟ ਕਰੋ। ਉਸ ਤੋਂ ਬਾਅਦ ਹੀ ਜਿਹੜੀ ਹੈ ਆਪਣੀ ਫਾਈਲ ਜਿਹੜੀ ਹੈ ਅੱਗੇ ਪ੍ਰੋਸੀਡ ਕਰੋ, ਆਪਣੀ ਫਾਈਲ ਜਿਹੜੀ ਹੈ ਅੱਗੇ ਪ੍ਰੋਸੈਸਿੰਗ ਦੇ ਵਿੱਚ ਪਾਓ ਜੀ। ਸੋ ਹੁਣ ਆਪਾਂ ਗੱਲ ਕਰਾਂਗੇ ਜੀ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਆਸਟ੍ਰੇਲੀਆ ਨੂੰ ਲੈ ਕੇ ਸਪਾਊਸ ਦੇ ਕੰਸਰਨ ਵਿੱਚ ਹੁੰਦੇ ਨੇ, ਲਾਈਕ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਉਹਨਾਂ ਦੇ +2 ਕੀਤੀ ਹੋਈ ਹੈ ਤੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਇਹ ਜਾਣਨਾ ਇੱਕ ਕੁਐਸਚਨ ਹੈਗਾ ਕਿ ਉਸ ਕੰਡੀਸ਼ਨ ਦੇ ਵਿੱਚ ਕੀ ਸਪਾਊਸ ਨਾਲ ਜਾ ਸਕਦਾ ਹੈ +2 ਉਹਦੇ ਲੜਕਾ ਹੈ ਲੜਕੀ ਕਿਸੇ ਦੇ ਵੀ ਕੀਤੀ ਹੋਈ ਹੈ? ਇਹ ਕੁਐਸਚਨ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਕੁਐਸਚਨ ਪੁੱਛਿਆ ਜਾਣ ਵਾਲਾ ਇੱਕ ਸਵਾਲ ਹੈਗਾ। ਬਹੁਤ ਸਾਰੇ ਲੋਕ ਇਹ ਗੱਲ ਪੁੱਛਦੇ ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ ਕਿ ਕ੍ਰੇਜ਼ ਬਣ ਗਿਆ ਹੈਗਾ ਕਿ +2 ਕੀਤੀ ਹੈ ਸਟੂਡੈਂਟ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਹੈਗੇ। ਮੋਸਟਲੀ ਅੱਜ ਕਈ ਕੇਸਿਸ 'ਚ ਇਹ ਵੀ ਦੇਖਣ ਨੂੰ ਮਿਲਦਾ ਹੈਗਾ ਕਿ ਆਫਟਰ +2 ਉਹ ਮੈਰਿਜ ਕਰਕੇ ਜਾਣਾ ਚਾਹੁੰਦੇ ਹੈਗੇ। ਤੇ ਆਸਟ੍ਰੇਲੀਆ ਇੱਕ ਇਹੋ ਜਿਹੀ ਕੰਟਰੀ ਹੈ ਜੋ ਸਪਾਊਸ ਨੂੰ ਨਾਲ ਫਲਾਈ ਕਰਨ ਦਾ ਮੌਕਾ ਦਿੰਦੀ ਹੈਗੀ। ਤਾਂ ਹੁਣ ਲੋਕ ਕੀ ਪੁੱਛਦੇ ਹੈਗੇ ਕਿ ਸਰ ਜੇਕਰ ਅਸੀਂ ਆਪਦੇ ਸਪਾਊਸ ਨੂੰ ਲੈ ਕੇ ਫਲਾਈ ਕਰਨਾ, ਚਾਹੇ ਲੜਕਾ ਫਾਈਲ ਲਗਾ ਰਿਹਾ ਚਾਹੇ ਲੜਕੀ ਲਗਾ ਰਹੀ ਹੈ, ਪਰ ਕੀ ਸਪਾਊਸ ਨਾਲ ਫਲਾਈ ਕਰ ਸਕਦਾ? ਤਾਂ ਮੈਂ ਇਸ ਗੱਲ ਦਾ ਆਨਸਰ ਕਰੂੰਗਾ ਕਿ ਸਪਾਊਸ ਜੇਕਰ ਤੁਹਾਡੀ 12th ਵੀ ਕੀਤੀ ਹੈ ਤਾਂ ਵੀ ਨਾਲ ਫਲਾਈ ਕਰ ਸਕਦਾ। ਕਈ ਕੰਡੀਸ਼ਨਸ ਲੋਕ ਕਹਿੰਦੇ ਆ ਕਿ ਸਿਰਫ ਗ੍ਰੈਜੂਏਸ਼ਨ ਤੋਂ ਬਾਅਦ ਹੀ ਸਪਾਊਸ ਜਾ ਸਕਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇਕਰ ਤੁਹਾਡੀ 12th ਵੀ ਕੀਤੀ ਹੈ ਤਾਂ ਸਪਾਊਸ ਨਾਲ ਫਲਾਈ ਕਰ ਸਕਦਾ। ਹਾਂ, ਕੰਡੀਸ਼ਨਸ ਕੀ ਹੁੰਦੀਆਂ ਉਹਦੇ ਉੱਤੇ? ਪਹਿਲੀ ਕੰਡੀਸ਼ਨ ਕੀ ਹੈ ਕਿ ਤੁਹਾਡੀ ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ। ਬਿਲਕੁਲ ਸਰ। ਜੇਕਰ ਮੈਰਿਜ ਜੈਨੂਇਨ ਨਹੀਂਗੀ
ਤੁਹਾਡੇ ਕੋਲ ਜੈਨੂਇਨ ਪ੍ਰੂਫ ਨਹੀਂ ਹੈਗੇ, ਤੁਹਾਡਾ ਮੈਚ ਸਹੀ ਨਹੀਂ ਹੈਗਾ ਮੁੰਡੇ ਤੇ ਕੁੜੀ ਦਾ, ਤਾਂ ਰਿਫਿਊਜ਼ਲ ਆ ਸਕਦੀ ਹੈ। ਮੈਰਿਜ ਜੈਨੂਇਨ ਨਹੀਂ ਹੈਗੀ, ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੱਗ ਰਿਹਾ ਕਿ ਤਾਂ ਵਿਆਹ ਸਿਰਫ ਬਾਹਰ ਜਾਣ ਲਈ ਕੀਤਾ ਗਿਆ, ਰਿਫਿਊਜ਼ਲ ਲੱਗ ਸਕਦਾ ਇਹਨਾਂ ਕਾਰਨਾਂ ਦੇ ਵਿੱਚ। ਪਰ ਜੇਕਰ ਗੱਲ ਕਰੀਏ +2 ਪਾਸ ਕੀ ਜਾ ਸਕਦੇ ਆ, ਤਾਂ ਜੇ ਅੱਜ ਗੱਲ ਕਰਾਂ ਆਸਟ੍ਰੇਲੀਆ 'ਚ ਮੰਨ ਲਓ 40 ਯੂਨੀਵਰਸਿਟੀਜ਼ ਨੇ, ਤਾਂ ਉਹ 'ਚ ਕੁਝ ਯੂਨੀਵਰਸਿਟੀਜ਼ ਇਹੋ ਜਿਹੀਆਂ ਵੀ ਹੈ ਜੋ +2 ਪਾਸ ਪਰਸਨ ਨੂੰ ਆਪਦੇ ਸਪਾਊਸ ਨਾਲ ਫਲਾਈ ਕਰਨ ਦਾ ਮੌਕਾ ਦਿੰਦੀਆਂ ਨੇ। ਤਾਂ ਤੁਸੀਂ ਜਾ ਸਕਦੇ ਹੋ ਵਿਦ ਸਪਾਊਸ +2 ਪਾਸ ਵੀ, ਪਰ ਤੁਹਾਡੀ ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ, ਤੁਹਾਡੀ ਡਾਕੂਮੈਂਟੇਸ਼ਨ ਸਹੀ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਜਿਹੜੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ ਤੇ ਉਹ ਸੋਚ ਰਹੇ ਨੇ ਕਿ ਸਪਾਊਸ ਜਾ ਸਕਦਾ ਹੈ ਨਾਲ, ਤਾਂ ਬਿਲਕੁਲ ਜੀ ਇਸ ਦਾ ਜਵਾਬ ਜਿਹੜਾ ਹੈ ਤੁਸੀਂ ਸੁਣ ਲਿੱਤਾ ਹੈ ਕਿ ਸਪਾਊਸ ਬਿਲਕੁਲ ਨਾਲ ਜਾ ਸਕਦਾ ਹੈ, ਬਟ ਉਹਦੇ ਲਈ ਮੈਰਿਜ ਜਿਹੜੀ ਉਹ ਜੈਨੂਇਨ ਹੋਣੀ ਚਾਹੀਦੀ ਹੈ, ਔਰ ਨਾਲ ਹੀ ਨਾਲ ਉਹ ਮੈਰਿਜ ਦੇ ਜਿਹੜੇ ਮੈਚ ਬਣਿਆ ਹੈ, ਲਾਈਕ ਉਹਨਾਂ ਦਾ ਏਜ ਗੈਪ ਦੀ ਆਪਾਂ ਗੱਲ ਕਰ ਲਈਏ, ਉਹ ਜਿਹੜਾ ਹੈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਮੈਟਰ ਕਰਦਾ ਹੈ। ਉਹ ਬਿਲਕੁਲ ਸਹੀ ਜੈਨੂਇਨ ਮੈਰਿਜ ਹੋਣੀ ਚਾਹੀਦੀ ਹੈ, ਪ੍ਰੋਪਰ ਰਜਿਸਟਰ ਵੀ ਹੋਣੀ ਚਾਹੀਦੀ ਹੈ ਜੀ। ਸੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਜੀ ਕੈਨੇਡਾ ਦੇ ਬਾਰੇ। ਸੋ ਸਰ, ਕੈਨੇਡਾ ਨੂੰ ਲੈ ਕੇ ਸਾਡੇ ਕੋਲ ਬਹੁਤ ਜਿਹੇ ਸਵਾਲ ਆ ਰਹੇ ਹੈ। ਕੈਨੇਡਾ ਦੇ ਲਈ ਕਈ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਕਿ 30 ਡੇਜ਼ ਦੇ ਲਈ ਕੈਨੇਡਾ ਜਿਹੜਾ ਹੈ ਟਰੈਵਲਿੰਗ ਨੂੰ ਲੈ ਕੇ ਬੈਨ ਹੋ ਗਿਆ ਹੈ। ਕੀ ਹੈ ਕੈਨੇਡਾ ਦਾ ਸਟੇਟਸ ਸਰ, ਜਾਣਨਾ ਚਾਹੁੰਦੇ ਨੇ ਸਾਡੇ ਦਰਸ਼ਕ, ਕਿਉਂਕਿ ਉਹਨਾਂ ਨੇ ਇਹ ਸਵਾਲ ਜਿਹੜਾ ਹੈ ਸਾਡੇ ਤੋਂ ਪੁੱਛਿਆ ਸੀ ਜੀ। ਦੇਖੋ, ਕੈਨੇਡਾ ਬਾਰੇ ਇੱਕ ਨਿਊਜ਼ ਆਈ ਹੈ ਕੁਝ ਦਿਨ ਪਹਿਲਾਂ ਕਿ ਕੈਨੇਡਾ ਨੇ ਫਲਾਈਟਸ ਜੋ ਹੈਗੀਆਂ ਇੰਡੀਆ ਤੇ ਪਾਕਿਸਤਾਨ ਤੋਂ ਨੈਕਸਟ 30 ਡੇਜ਼ ਲਈ ਹੈ ਜਿਹੜੀਆਂ ਸਸਪੈਂਡ ਕਰ ਦਿੱਤੀਆਂ ਇਮੀਡੀਏਟ ਬੇਸਿਸ ਦੇ ਉੱਤੇ, ਕਿ ਇਹ ਮਤਲਬ ਇਸ ਤੋਂ ਬਾਅਦ ਫਲਾਈਟਸ ਨਹੀਂ ਹੋਣਗੀਆਂ, ਅਗਲੇ 30 ਡੇਜ਼ ਲਈ ਸਸਪੈਂਡ ਕੀਤੀਆਂ ਗਈਆਂ। ਤਾਂ ਬਹੁਤ ਸਾਰੇ ਸਟੂਡੈਂਟ ਇਸ ਚੀਜ਼ ਤੋਂ ਨਰਵਸ ਨੇ, ਘਬਰਾ ਗਏ ਨੇ ਕਿ ਹੁਣ ਅਸੀਂ ਕੀ ਕਰਾਂਗੇ, ਸਾਡੀ ਸਟੱਡੀ ਮਤਲਬ ਖਰਾਬ ਨਾ ਹੋ ਜਾਏ, ਜਾਂ ਅਸੀਂ ਫਲਾਈ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਰੀਓਪਨਸ ਕਦੋਂ ਹੋਣਗੀਆਂ। ਤਾਂ ਇਹ ਜੋ ਗੱਲ ਹੈ ਕੋਈ ਬਹੁਤ ਘਬਰਾਉਣ ਵਾਲੀ ਗੱਲ ਨਹੀਂ, ਉਮੀਦ ਇਸ ਗੱਲ ਦੀ ਪੂਰੀ ਹੈ ਜੀ ਕਿ ਫਲਾਈਟਸ ਰੀਓਪਨ ਬਹੁਤ ਜਲਦੀ ਹੋਣਗੀਆਂ। 30 ਡੇਜ਼ ਦਾ ਪੀਰੀਅਡ ਤਾਂ ਜ਼ਰੂਰ ਲੈਣਗੇ ਉਹ, ਬਾਕੀ ਕੋਵਿਡ ਦੀ ਸਿਚੁਏਸ਼ਨ ਤੇ ਜ਼ਿਆਦਾ ਮੈਟਰ ਕਰਦਾ। ਉਮੀਦ ਇਹੀ ਹੈ ਕਿ ਜਿਵੇਂ ਜਿਵੇਂ ਕੋਵਿਡ ਦੇ ਕੇਸਿਸ, ਕਰੋਨਾ ਦੇ ਕੇਸਿਸ ਡਾਊਨਫਾਲ ਆਉਣਗੇ, ਉਸੇ ਤਰੀਕੇ ਨਾਲ ਫਲਾਈਟਸ ਓਪਨ ਹੋਣਗੀਆਂ। ਪਰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਵੀ ਇਹ ਬੰਦ ਹੀ ਰਹਿਣਗੀਆਂ ਜਾਂ ਪੱਕਾ ਬੰਦ ਹੋ ਗਿਆ ਜਾਂ ਕੁਝ ਨਹੀਂ ਹੈਗਾ। 30 ਡੇਜ਼ ਵੇਟ ਕਰੋ, ਜੇ ਕਰੋਨਾ ਦੇ ਕੇਸਿਸ ਘਟਦੇ ਆ ਫਲਾਈਟਸ ਰੀਓਪਨ ਹੋਣਗੀਆਂ। ਮੇਬੀ ਕੁਝ ਦਿਨ ਹੋਰ ਜ਼ਿਆਦਾ ਲੈ ਸਕਦਾ ਹੈ ਕੈਨੇਡਾ ਐਮਬੈਸੀ, ਪਰ ਇਹ ਨਹੀਂ ਹੈਗਾ ਕਿ ਪਰਮਾਨੈਂਟ ਤੌਰ ਤੇ ਬੰਦ ਹੈ। ਜਿਹੜੇ ਸਟੂਡੈਂਟਸ ਦੀਆਂ ਫਲਾਈਟਸ ਮਿਸ ਹੋਈਆਂ ਉਹਨਾਂ ਨੂੰ ਮੈਂ ਸੁਜੈਸ਼ਨ ਦਊਂਗਾ ਕਿ ਉਹ ਆਨਲਾਈਨ ਸਟੱਡੀ ਲਈ ਰਜਿਸਟਰ ਕਰਨ, ਕਿਉਂਕਿ ਜੋ ਮਈ ਇਨਟੇਕ ਲੱਗਣਾ ਕੈਨੇਡਾ ਦੇ ਵਿੱਚ ਉਹ ਤਾਂ ਵੈਸੇ ਵੀ ਆਨਲਾਈਨ ਹੀ ਲੱਗਣਾ, ਚਾਹੇ ਤੁਸੀਂ ਇੰਡੀਆ ਦੇ ਵਿੱਚ ਹੋ ਚਾਹੇ ਕੈਨੇਡਾ ਦੇ ਵਿੱਚ ਹੋ, ਉਹ ਤਾਂ ਆਨਲਾਈਨ ਹੀ ਸਟੱਡੀ ਹੋਣੀ ਹੈ। ਤਾਂ ਜੇ ਤੁਹਾਡੀ ਫਲਾਈਟ ਮਿਸ ਹੋ ਗਈ ਸਸਪੈਂਸ਼ਨ ਕਾਰਨ, ਤਾਂ ਤੁਸੀਂ ਆਨਲਾਈਨ ਰਜਿਸਟਰ ਜ਼ਰੂਰ ਕਰ ਲਓ ਤੇ ਆਨਲਾਈਨ ਸਟੱਡੀ ਸ਼ੁਰੂ ਕਰ ਲਓ। ਜੀ ਬਿਲਕੁਲ ਸਰ, ਇਹ ਵੀ ਬਹੁਤ ਵਧੀਆ ਤੁਸੀਂ ਰਾਏ ਦਿੱਤੀ ਕਿ ਉਹ ਆਪਣੇ ਆਪ ਨੂੰ ਜਿਹੜਾ ਹੈ ਰਜਿਸਟਰ ਕਰ ਲੈਣ ਤੇ ਆਨਲਾਈਨ ਸਟੱਡੀ ਅਗਰ ਉਹ ਕਰਨਾ ਚਾਹੁੰਦੇ ਨੇ ਤੇ ਉਹਦੇ ਲਈ ਪ੍ਰੋਸੀਡ ਕਰ ਲੈਣ। ਪਰ ਹੁਣ ਗੱਲਾਂ ਕਰਦੇ ਹਾਂ ਜੇ ਮੰਨ ਲਓ ਟਰੈਵਲਿੰਗ ਵੀ ਖੁੱਲ ਜਾਂਦੀ ਹੈ 30 ਦਿਨਾਂ ਤੋਂ ਬਾਅਦ, ਅਗਰ ਤੁਸੀਂ ਗੱਲ ਕਰ ਰਹੇ ਹੋ 30 ਦਿਨਾਂ ਬਾਅਦ ਜਿਵੇਂ ਟਰੈਵਲਿੰਗ 30 ਦਿਨਾਂ ਦੇ ਲਈ ਬੈਨ ਹੈ ਔਰ ਖੁੱਲ ਗਈ, ਔਰ ਬੱਚੇ ਨੇ ਫਲਾਈ ਕਰਨਾ ਹੈ, ਤੇ ਫਲਾਈ ਕਰਨ ਤੋਂ ਪਹਿਲੇ ਉਹਨਾਂ ਨੂੰ ਕਿਹੜੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਨ੍ਹਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਜਿਹਦੇ ਬਾਰੇ ਉਹਨਾਂ ਨੂੰ ਪ੍ਰਿਪੇਅਰ ਰਹਿਣਾ ਚਾਹੀਦਾ ਹੈ? ਇਹ ਇੱਕ ਬਹੁਤ ਇੰਪੋਰਟੈਂਟ ਕੰਸਰਨ ਹੈ। ਜਿਹੜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਨੋਟ ਕਰ ਲੈਣਾ ਚਾਹੀਦਾ ਕਿ ਕਿਹੜੀਆਂ ਗੱਲਾਂ ਜੋ ਇੰਪੋਰਟੈਂਟ ਨੇ, ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਜੇਕਰ ਉਹ ਕੈਨੇਡਾ ਲਈ ਫਲਾਈ ਕਰਨਾ ਚਾਹੁੰਦੇ ਆ। ਸਭ ਤੋਂ ਪਹਿਲੀ ਚੀਜ਼, ਤੁਸੀਂ ਕੁਝ ਦਿਨ ਪਹਿਲਾਂ ਇੱਕ ਨਿਊਜ਼ ਦੇਖੀ ਹੋਊਗੀ, ਕਾਫੀ ਵਾਇਰਲ ਵੀ ਹੋਈ ਹੈ, ਕਾਫੀ ਜਗ੍ਹਾ ਤੇ, ਕਾਫੀ ਅਕਾਊਂਟਸ ਤੇ, ਵੱਡੇ ਅਕਾਊਂਟਸ ਤੇ ਵੀ ਉਹ ਸ਼ੋਅ ਕੀਤੀ ਗਈ ਹੈਗੀ ਕਿ ਕੈਨੇਡਾ ਵੱਲੋਂ ਜਦੋਂ ਲੋਕ ਫਲਾਈ ਕਰ ਰਹੇ ਸੀ ਇੰਡੀਆ ਤੋਂ ਕੈਨੇਡਾ ਲਈ, ਤਾਂ 에ਅਰਪੋਰਟ ਤੋਂ ਸਟੂਡੈਂਟਸ ਵਾਪਸ ਭੇਜ ਦਿੱਤੇ ਗਏ। ਕਾਫੀ ਸਟੂਡੈਂਟ ਹੈ ਜੋ 에ਅਰਪੋਰਟ ਤੋਂ ਵਾਪਸ ਭੇਜੇ ਗਏ। ਉਹਨਾਂ ਦਾ ਰੀਜ਼ਨ ਕੀ ਸੀਗਾ? ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਸੀਗਾ ਕਿ ਉਹਨਾਂ ਦੇ ਮੈਡੀਕਲ ਸੀਗੇ ਜੋ ਉਹ ਐਕਸਪਾਇਰ ਹੋ ਚੁੱਕੇ ਸੀਗੇ। ਤਾਂ ਮੈਂ ਸਟੂਡੈਂਟਸ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਆਪਦੇ ਮੈਡੀਕਲ ਜੇਕਰ ਐਕਸਪਾਇਰੀ ਡੇਟ ਨੇੜੇ ਹੈ ਤਾਂ ਪਹਿਲਾਂ ਹੀ ਉਸ ਨੂੰ ਅਪਡੇਟ ਕਰ ਲਓ, ਪਹਿਲਾਂ ਹੀ ਦੁਬਾਰਾ ਮੈਡੀਕਲ ਕਰਵਾ ਲਓ। GCK ਦੇ ਵਿੱਚ ਰਿਕੁਐਸਟ ਪਾਓ ਐਮਬੈਸੀ ਨੂੰ ਕਿ ਅਸੀਂ ਆਪਦੇ ਨਵੇਂ ਮੈਡੀਕਲ ਅਪਡੇਟ ਕਰ ਸਕੀਏ। ਮੈਡੀਕਲ ਇੱਕ ਬਹੁਤ ਵੱਡਾ ਇਸ਼ੂ ਹੈ ਜਿਹਦੇ ਕਰਕੇ ਸਟੂਡੈਂਟ, ਕਿਉਂਕਿ ਅੱਜ ਦੇ ਟਾਈਮ 'ਚ ਮੈਡੀਕਲ ਹੀ ਸਭ ਜਗ੍ਹਾ ਦੇਖਿਆ ਜਾ ਰਿਹਾ, ਕਿਉਂਕਿ ਕਰੋਨਾ ਕਾਰਨ ਮੈਡੀਕਲੀ ਫਿਟ ਇਨਸਾਨ ਹੀ ਚਾਹੀਦਾ ਹੈਗਾ ਤੇ ਕੋਈ ਵੀ ਕੰਟਰੀ ਨਹੀਂ ਚਾਹੀਦੀ ਕਿ ਉੱਥੇ ਕੋਵਿਡ ਪੋਜ਼ਿਟਿਵ ਪੇਸ਼ੈਂਟ ਆ ਜੇ। ਮੈਡੀਕਲ ਤੁਹਾਡਾ ਚਾਹੀਦਾ ਹੈਗਾ, ਲੇਟੈਸਟ ਚਾਹੀਦਾ, ਅਪਡੇਟਡ ਚਾਹੀਦਾ। ਕੋਰੋਨਾ ਦੀ ਨੈਗੇਟਿਵ ਰਿਪੋਰਟ ਹੈ ਜੋ ਕੋਰੋਨਾ ਨੈਗੇਟਿਵ ਹੋਣਾ ਚਾਹੀਦਾ, ਕੋਵਿਡ ਨੈਗੇਟਿਵ ਤੁਸੀਂ ਚਾਹੀਦੇ ਹੋਗੇ। ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਜੇਕਰ ਤੁਸੀਂ ਕੈਨੇਡਾ ਲਈ ਫਲਾਈ ਕਰ ਰਹੇ ਹੋਗੇ ਤਾਂ ਤੁਸੀਂ ਆਪਣਾ ਜੋ ਕੁਆਰੰਟੀਨ ਪਲਾਨ ਹੈਗਾ ਉਹ ਕਾਲਜ ਦੀ ਪਰਮਿਸ਼ਨ ਤੋਂ ਬਿਨਾਂ ਨਾ ਬਣਾਓ। ਜ਼ਿਆਦਾਤਰ ਲੋਕ ਕੀ ਕਰਦੇ ਆ, ਆਪਣਾ ਦੇਸੀ ਤਰੀਕਾ ਅਪਣਾਈ ਜਾਂਦੇ ਹੈਗੇ, ਆਪਦੀ ਮਰਜ਼ੀ ਦਾ ਹੋਟਲ ਚੁਣੀ ਜਾਂਦੇ, ਆਪਦੀ ਮਰਜ਼ੀ ਦੇ ਸਟੇ ਚੁਣੀ ਜਾਂਦੇ। ਤਾਂ ਇਹ ਗਲਤੀ ਨਾ ਕਰਨ। ਕਾਲਜ ਦੇ ਨਾਲ ਪ੍ਰੋਪਰ ਡਿਸਕਸ਼ਨ ਕਰਕੇ, ਕਾਲਜ ਨੇ ਪ੍ਰੋਪਰ ਆਪਦਾ ਸਾਰਾ ਏਜੰਡਾ ਉੱਥੇ ਦਿੱਤਾ ਹੋਇਆ ਹੈਗਾ, ਪ੍ਰੋਪਰ ਡਿਸਕਸ਼ਨ ਤੋਂ ਬਾਅਦ ਹੀ ਉਹ ਇਹ ਕਰਨ ਕਿ ਆਪਦਾ ਕੁਆਰੰਟੀਨ ਪਲਾਨ ਬਣਾਉਣ। ਠੀਕ ਹੈ, ਇਹ ਚੀਜ਼ਾਂ ਦਾ ਜੇਕਰ ਸਟੂਡੈਂਟ ਧਿਆਨ ਰੱਖਦਾ ਹੈਗਾ। ਇੱਕ ਚੀਜ਼ ਜੋ ਇੰਪੋਰਟੈਂਟ ਹੈ, ਜੇਕਰ ਤੁਸੀਂ ਜਦੋਂ ਵੀ ਫਲਾਈਟਸ ਰੀਓਪਨ ਹੁੰਦੀਆਂ ਤਾਂ ਕੈਨੇਡਾ ਗਵਰਨਮੈਂਟ ਨੇ ਇਹ ਗੱਲ ਕਹੀ ਹੈ, ਐਮਬੈਸੀ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਤੁਸੀਂ 21 ਡੇਜ਼ ਪ੍ਰੀਅਰ ਤੋਂ ਪਹਿਲਾਂ ਨਾ ਆਵੋ।
ਜੀ। ਕਿਉਂਕਿ ਜੇਕਰ ਤੁਸੀਂ ਇਹ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਹੋ ਸਕਦਾ ਤੁਹਾਨੂੰ ਵਾਪਸ ਭੇਜ ਦਿੱਤਾ ਜੀ। ਜਾਵੇ। ਤਾਂ ਜੇ 4-5 ਪੁਆਇੰਟਸ ਨੂੰ ਆਪਾਂ ਧਿਆਨ ਰੱਖ ਲੈਂਦੇ ਹੈਗੇ, ਤੇ ਇੱਕ ਚੀਜ਼ ਹੋਰ ਇੰਪੋਰਟੈਂਟ ਚੀਜ਼, ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋ ਤਾਂ ਅੱਜ ਦੇ ਟਾਈਮ 'ਚ ਫਲਾਈਟਸ ਉਹੀ ਓਪਨ ਆਪਣੀਆਂ ਬੁੱਕ ਕਰੋ ਜਿਹੜੀਆਂ ਰਿਫੰਡ ਦੇ ਰਹੀਆਂ। ਬਿਲਕੁਲ ਜੀ। ਠੀਕ ਹੈ, ਜਾਂ ਡੈਫਰ ਪਾਲਿਸੀ ਉਹਨਾਂ ਦੀ ਹੈਗੀ ਹੈ, ਕਿਉਂਕਿ ਹੋ ਸਕਦਾ ਪ੍ਰਮਾਤਮਾ ਨਾ ਕਰੇ ਤੁਸੀਂ ਜਦੋਂ ਫਲਾਈਟ ਪਕੜਨੀ ਹੈ ਤੁਹਾਡਾ ਕਰੋਨਾ ਪੋਜ਼ਿਟਿਵ ਆ ਜਾਏ, ਕਿਉਂਕਿ ਇਹ ਚੀਜ਼ਾਂ ਨੂੰ ਅੱਜ ਧਿਆਨ ਰੱਖਣਾ ਪਵੇਗਾ ਜੀ ਬਿਲਕੁਲ। ਤਾਂ ਇਹ ਜਿਹੜੀ ਫਲਾਈਟ, ਜਿਹੜੀ 에ਅਰਲਾਈਨ ਤੁਹਾਨੂੰ ਡੈਫਰਮੈਂਟ ਦੇ ਰਹੀ ਹੈ ਜਾਂ ਰਿਫੰਡ ਦੀ ਪਾਲਿਸੀ ਦੇ ਰਹੀ ਹੈ, ਤੁਸੀਂ ਉਹੀ ਫਲਾਈਟਸ ਬੁੱਕ ਕਰੋ। ਜੀ ਬਿਲਕੁਲ, ਬਹੁਤ ਹੀ ਜ਼ਰੂਰੀ ਗੱਲਾਂ ਜਿਹੜੀਆਂ ਇਹਨਾਂ ਨੇ ਦੱਸੀਆਂ ਕਿ ਫਲਾਈ ਕਰਨ ਤੋਂ ਪਹਿਲੇ ਬੱਚੇ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ। ਇੱਕ ਇਹਨਾਂ ਨੇ ਗੱਲ ਕੀਤੀ ਮੈਡੀਕਲ ਦੀ, ਫਿਰ ਇਹਨਾਂ ਨੇ ਕੋਵਿਡ-19 ਦੀ ਜਿਹੜੀ ਕਰੋਨਾ ਦੀ ਨੈਗੇਟਿਵ ਰਿਪੋਰਟ ਹੈ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈਗੀ ਹੈ ਆਪਣੇ ਕਾਲਜ ਦਾ ਜਿਹੜਾ ਕਾਲਜ ਦੀ ਰਾਏ ਦੇ ਨਾਲ ਜਿਹੜਾ ਤੁਸੀਂ ਆਪਣਾ ਕੁਆਰੰਟਾਈਨ ਪਲਾਨ ਜਿਹੜਾ ਉਹ ਤੁਸੀਂ ਬਣਾਓ, ਔਰ ਤੁਹਾਡਾ ਹੈਲਥ ਦਾ ਜਿਹੜਾ ਮੈਡੀਕਲ ਵੀ ਅਪਡੇਟ ਹੋਵੇ। ਹੈਲਥ ਤੁਹਾਡੀ ਓਕੇ ਹੈਗੀ ਹੈ, ਦੇਖੋ ਜਾਨ ਹੈ ਤਾਂ ਜਹਾਨ ਹੈ। ਹੈਲਥ ਜੇਕਰ ਤੁਹਾਡੀ ਓਕੇ ਹੈ ਔਰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣੀ ਫਲਾਈਟ ਬੁੱਕ ਕਰਦੇ ਹੋ, ਔਰ ਫਲਾਈਟ ਵੀ ਇਹੋ ਜਿਹੀ ਤੁਸੀਂ ਬੁੱਕ ਕਰੋ ਜਿਹਦੇ ਵਿੱਚ ਤੁਹਾਨੂੰ ਇੱਕ ਰਿਫੰਡ ਦੀ ਪਾਲਿਸੀ ਵੀ ਨਾਲ ਹੋਵੇ ਜਾਂ ਉਹਦੇ ਵਿੱਚ ਡੈਫਰ ਦੀ, ਯਾਨੀ ਕਿ ਤੁਸੀਂ ਆਪਣੀ ਫਲਾਈਟ ਜਿਹੜੀ ਹੈ ਉਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਲਾਈਟ ਜਿਹੜੀ ਹੈ ਉਹ ਬੁੱਕ ਕਰ ਲਵੋ। ਕਿਉਂਕਿ ਹੈਲਥ ਦੀ ਸਮੱਸਿਆ ਜਿਹੜੀ ਹੈ ਉਹ ਅੱਜਕੱਲ ਬਣੀ ਹੋਈ ਹੈ, ਪਰ ਆਪਾਂ ਇਹਨੂੰ ਪੋਜ਼ਿਟਿਵ ਵੇ ਦੇ ਨਾਲ ਸੋਚਦੇ ਹੋਏ ਕਿ ਤੁਹਾਡਾ ਪੈਸਾ ਵੀ ਖਰਾਬ ਨਾ ਹੋਵੇ ਔਰ ਤੁਹਾਨੂੰ ਇਸ ਚੀਜ਼ ਦਾ ਫਾਇਦਾ ਵੀ ਹੋਵੇ, ਤਾਂ ਤੁਸੀਂ ਆਪਦਾ ਜਿਹੜਾ ਹੈ ਫਲਾਈਟ ਦੀ ਉਸ ਚੀਜ਼ ਨੂੰ ਧਿਆਨ ਰੱਖ ਕੇ ਹੀ ਬੁੱਕ ਕਰਨੀ ਹੈ ਜੀ। ਸੋ ਕੁਆਰੰਟਾਈਨ ਪਲਾਨ ਦੀ ਵੀ ਗੱਲ ਕੀਤੀ ਸਰ ਨੇ ਕਿ ਤੁਹਾਡਾ ਉੱਥੇ ਜਿਹੜਾ ਕੁਆਰੰਟਾਈਨ ਪਲਾਨ ਹੈ ਉਹ ਵੀ ਤੁਹਾਨੂੰ ਜਿਹੜਾ ਹੈ ਸੋਚ ਸਮਝ ਕੇ ਤੇ ਕਾਲਜ ਦੀ ਰਾਏ ਦੇ ਨਾਲ ਉਹਨਾਂ ਦੇ ਨਾਲ ਰਾਏ ਕਰਕੇ ਜਿਵੇਂ ਉਹ ਤੁਹਾਨੂੰ ਗਾਈਡ ਕਰਦੇ ਆ ਉਹਦਾ ਤੁਸੀਂ ਆਪਣਾ ਕੁਆਰੰਟਾਈਨ ਪਲਾਨ ਜਿਹੜਾ ਹੈ ਉਹ ਬਣਾਓ ਜੀ। ਬਿਲਕੁਲ ਸੁਖਜੀਤ ਜੀ, ਇਹ ਤਾਂ ਹੋਈਆਂ ਗੱਲਾਂ ਫਲਾਈ ਕਰਨ ਤੋਂ ਪਹਿਲੇ ਜਿਹੜੀਆਂ ਚੀਜ਼ਾਂ ਜਿਹੜੀਆਂ ਹੈ ਧਿਆਨ ਰੱਖਣੀਆਂ ਚਾਹੀਦੀਆਂ ਕੈਨੇਡਾ ਦੇ ਵਿੱਚ। ਹੁਣ ਗੱਲ ਆ ਜਾਂਦੀ ਹੈ ਕਿਤੇ ਨਾ ਕਿਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਕਾਲਜ ਜਿਹੜੇ ਹੈਗੇ ਆ ਆਨਲਾਈਨ ਜਿਹੜੀ ਹੈ ਸਟੱਡੀ ਦੇ ਲਈ, ਮਤਲਬ ਤੁਹਾਡਾ ਕੋਰਸ ਸ਼ੁਰੂ ਹੋ ਜਾਂਦਾ ਉਹਦੇ ਦੌਰਾਨ ਤੁਸੀਂ ਉਹਨੂੰ ਆਨਲਾਈਨ ਸਟੱਡੀ ਕਰਨੀ ਪੈਂਦੀ ਆ। ਸੋ ਆਨਲਾਈਨ ਸਟੱਡੀ ਜੇਕਰ ਸਟੂਡੈਂਟ ਨਹੀਂ ਕਰਨਾ ਚਾਹੁੰਦੇ ਤਾਂ ਉਹ ਡੈਫਰ ਨੂੰ ਆਪਸ਼ਨ ਮੰਨਦੇ ਆ ਕਿ ਆਪਣਾ ਕੋਰਸ ਜਿਹੜਾ ਉਹ ਡੈਫਰ ਕਰਵਾ ਲੈਂਦੇ ਆ। ਸੋ ਡੈਫਰ ਦਾ ਸਰ ਪੁੱਛਣਾ ਚਾਹਾਂਗੇ ਕਿ ਡੈਫਰ ਦਾ ਕੋਈ ਨੁਕਸਾਨ ਤਾਂ ਨਹੀਂ ਹੈ, ਉਹਦਾ ਕੋਈ ਮਤਲਬ ਇਸ ਤਰੀਕੇ ਤਾਂ ਨਹੀਂ ਹੈ ਕਿ ਬੱਚੇ ਨੂੰ ਉਹਦੀ ਸਟੱਡੀ ਦੇ ਉੱਪਰ ਕੋਈ ਨੁਕਸਾਨ ਹੋਏਗਾ, ਸਟੱਡੀ ਦੇ ਥਰੂ ਜਾਂ ਕੋਈ ਉਹਦਾ ਨੁਕਸਾਨ ਹੋ ਜਾਏਗਾ, ਜਾਂ ਜੇਕਰ ਉਹ ਡੈਫਰ ਕਰਵਾਉਂਦਾ ਤਾਂ ਕਿੰਨੀ ਵਾਰੀ ਕਰਵਾ ਸਕਦਾ? ਇਹ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਹੈ ਸਵਾਲ ਜਿਹੜਾ ਸਾਡੇ ਕੋਲ ਪੁੱਛਿਆ ਹੈਗਾ, ਤੇ ਤੁਸੀਂ ਉਹਨਾਂ ਨੂੰ ਦੱਸੋ ਜੀ। ਦੇਖੋ, ਡੈਫਰਮੈਂਟ ਦਾ ਨੁਕਸਾਨ ਨਹੀਂ ਬਲਕਿ ਫਾਇਦਾ ਹੈ ਦੇ ਵਿੱਚ। ਕਰੋਨਾ ਵਰਗੀ ਸਿਚੁਏਸ਼ਨ ਦੇ ਵਿੱਚ ਜੇਕਰ ਇੱਕ ਕੰਟਰੀ ਤੁਹਾਨੂੰ ਡੈਫਰਮੈਂਟ ਦੀ ਆਪਸ਼ਨ ਦੇ ਰਹੀ ਹੈ ਤੇ ਤੋਂ ਵਧੀਆ ਕੀ ਹੋ ਸਕਦਾ ਹੈਗਾ? ਤੁਸੀਂ ਆਪਣਾ ਕੋਰਸ ਡੈਫਰ ਕਰਕੇ ਨੈਕਸਟ ਇਨਟੇਕ ਲਈ ਜਾ ਸਕਦੇ ਹੋ। ਜਦੋਂ ਤੁਸੀਂ ਕੋਰਸ ਸਟਾਰਟ ਕਰੋਗੇ ਉਦੋਂ ਤੋਂ ਤੁਹਾਡਾ ਵੀਜ਼ਾ ਸ਼ੁਰੂ ਹੋਣਾ, ਤੇ ਕਿੰਨੀ ਵਧੀਆ ਆਪਸ਼ਨ ਹੈ। ਕੋਈ ਵੀ ਕੰਟਰੀ ਤੁਹਾਨੂੰ ਦੇ ਰਹੀ ਹੈ, ਚਾਹੇ ਆਸਟ੍ਰੇਲੀਆ ਚਾਹੇ ਉਹ ਕੈਨੇਡਾ ਹੈ। ਦੂਜੀ ਵੱਡੀ ਚੀਜ਼, ਇੱਕ ਸਟੂਡੈਂਟ 3 ਵਾਰ ਡੈਫਰ ਕਰ ਸਕਦਾ ਹੈਗਾ। ਮਤਲਬ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਅੱਜ ਮੈਂ ਫਾਈਲ ਲਗਾਵਾਂ ਕਿ ਨਾ ਲਗਾਵਾਂ, ਮੇਰੀਆਂ ਕਲਾਸਾਂ ਸਟਾਰਟ ਹੋ ਜਾਣਗੀਆਂ। ਜੇ ਤੁਹਾਡੀ ਫਾਈਲ ਲਗਾ ਕੇ ਵੀਜ਼ਾ ਆ ਜਾਂਦਾ ਤਾਂ ਤੁਸੀਂ ਵੀਜ਼ਾ ਲੈ ਕੇ ਰੱਖ ਲਓ, ਕੋਰਸ ਡੈਫਰ ਕਰਕੇ ਜਿਸ ਦਿਨ ਤੋਂ ਕੋਰਸ ਸਟਾਰਟ ਕਰੋਗੇ ਤੁਹਾਡਾ ਵੀਜ਼ਾ ਉਸ ਦਿਨ ਤੋਂ ਸ਼ੁਰੂ ਹੋਵੇਗਾ। ਤੇ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਹੈ। ਸੋ ਸੁਖਜੀਤ ਜੀ, ਹੁਣ ਆਪਾਂ ਅਗਲਾ ਕੁਐਸਚਨ ਜਿਹੜਾ ਹੈ ਉਹ ਲੈ ਲੈਂਦੇ ਆ ਕੋਰਸ ਨੂੰ ਲੈ ਕਰਕੇ ਜਿਹੜੇ ਹੈ ਬੜੇ ਹੀ ਸਵਾਲ ਆਉਂਦੇ ਨੇ। ਕੋਰਸ ਜਿਹੜਾ ਹੈ ਕਿੰਨਾ ਕੁ ਰੈਲੇਵੈਂਟ ਹੋਣਾ ਚਾਹੀਦਾ? ਕੋਰਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਜੀ? ਕੋਰਸ ਦੀ ਰੈਲੇਵੈਂਸੀ ਬਹੁਤ ਇੰਪੋਰਟੈਂਟ ਹੈ। ਜ਼ਿਆਦਾਤਰ ਸਟੂਡੈਂਟ ਇਹੀ ਗਲਤੀ ਕਰਦੇ ਕਿ ਰੈਲੇਵੈਂਟ ਕੋਰਸ ਨਹੀਂ ਚਾਹੁੰਦੇ, ਜਿਹਦੇ ਕਰਕੇ ਰਿਫਿਊਜ਼ਲ ਆ ਜਾਂਦੀ ਹੈ। ਕੁਝ ਦਿਨ ਪਹਿਲਾਂ ਦਾ ਮੈਂ ਕੇਸ ਡਿਸਕਸ ਕਰਦਾ। ਸਾਡੇ ਕੋਲ ਇੱਕ ਕੇਸ ਆਇਆ, ਇੱਕ ਸਟੂਡੈਂਟ ਆਇਆ, ਉਹਦੇ ਮਤਲਬ ਈਚ 8 ਬੈਂਡ ਨੇ, ਕਿੰਨਾ ਵਧੀਆ ਬੈਂਡ ਸਕੋਰ ਹੈ, ਪਰ ਈਚ 8 ਲੈਣ ਤੋਂ ਬਾਅਦ ਬੀਟੈਕ ਕਰਨ ਤੋਂ ਬਾਅਦ ਉਹਦੀਆਂ ਰਿਫਿਊਜ਼ਲ 1 ਨਹੀਂ 2 ਨਹੀਂ 4 ਰਿਫਿਊਜ਼ਲ ਲਈ ਫਿਰਦਾ ਉਹ। ਉਹਦਾ ਕਾਰਨ ਕੀ ਹੈ? ਬੀਟੈਕ ਤੋਂ ਬਾਅਦ ਜੋ ਕੋਰਸ ਉਹਨੇ ਚੁਣਿਆ ਉਹ ਰੈਲੇਵੈਂਟ ਨਹੀਂ ਸੀ। ਉਸ ਤੋਂ ਬਾਅਦ ਫਿਰ ਗਲਤੀਆਂ। ਜ਼ਿਆਦਾਤਰ ਲੋਕ ਕੀ ਗਲਤੀ ਕਰਦੇ ਆ ਕਿ ਉਹਨਾਂ ਨੂੰ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਮੈਂ 6 ਬੈਂਡ ਲੈ ਗਿਆ, 6 ਈਚ ਹੈ, 7 ਈਚ ਹੈ ਮੇਰੇ, ਹੁਣ ਮੈਂ ਕੈਨੇਡਾ ਜਿੱਤ ਲਿਆ, ਹੁਣ ਮੈਂ ਆਸਟ੍ਰੇਲੀਆ ਜਿੱਤ ਲਿਆ, ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਉੱਥੇ ਜਾਣ ਤੋਂ। ਇਹ ਸਭ ਤੋਂ ਵੱਡੀ ਗਲਤੀ ਹੈ ਉਹਨਾਂ ਦੀ, ਕਿਉਂਕਿ ਉਹਨਾਂ ਨੇ ਸਿਰਫ ਇੱਕ ਲੈਂਗੁਏਜ ਟੈਸਟ ਪਾਸ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਪਰਸਨ ਦੀ ਤਾਂ ਗਾਈਡਲਾਈਨ ਚਾਹੀਦੀ ਹੈ ਨਾ, ਜੋ ਉਹਨਾਂ ਨੂੰ ਵੀਜ਼ਾ ਦਵਾ ਸਕੇ। ਕੋਈ ਨਾ ਕੋਈ ਪਰਸਨ ਤਾਂ ਚਾਹੀਦਾ ਨਾ ਜੋ ਉਹਨਾਂ ਨੂੰ ਅਸਿਸਟ ਕਰ ਸਕੇ ਕਿ ਕਿਸ ਤਰੀਕੇ ਨਾਲ ਤੁਸੀਂ ਵੀਜ਼ਾ ਲੈਣਾ ਹੈਗਾ। ਉਹ ਗਲਤੀਆਂ ਕਰਦੇ ਆ ਤੇ ਰੈਲੇਵੈਂਟ ਕੋਰਸ ਨਹੀਂ ਚੁਣਦੇ। ਜਿੰਨਾ ਚਿਰ ਹੁਣ ਇੱਕ ਸਟੂਡੈਂਟ ਸੀ, ਉਸਨੇ +2 ਮੈਡੀਕਲ ਕੀਤਾ, +2 ਮੈਡੀਕਲ ਤੋਂ ਬਾਅਦ ਕੁਕਰੀ ਕੋਰਸ ਲਈ ਅਪਲਾਈ ਕਰ ਰਹੇ ਆ। ਕਿੱਥੇ ਮੈਡੀਕਲ ਕਿੱਥੇ ਕੁਕਰੀ, ਕੋਈ ਆਪਸ 'ਚ ਕੋਈ ਕੰਬੀਨੇਸ਼ਨ ਹੀ ਨਹੀਂ ਹੈ। ਤਾਂ ਇੱਥੇ ਕੀ ਹੈ? ਤੇ ਰਿਫਿਊਜ਼ਲ ਪੱਕੀ ਹੈ। ਇੱਥੇ ਵੀਜ਼ਾ ਆਫਿਸਰ ਕੀ ਸੋਚਦਾ ਹੈਗਾ ਕਿ ਇਹਦਾ ਟਾਰਗੇਟ ਕੀ ਹੈ? ਸਿਰਫ ਕੈਨੇਡਾ ਦੇ ਵਿੱਚ ਕਮਾਈ ਕਰਨ ਲਈ ਆਉਣਾ ਹੈਗਾ ਕਿ ਜਾਂ ਆਸਟ੍ਰੇਲੀਆ ਦੇ ਵਿੱਚ ਕਮਾਈ ਕਰਨ ਲਈ ਆਉਣਾ। ਜਦੋਂ ਤੁਸੀਂ ਰੈਲੇਵੈਂਟ ਕੋਰਸ ਚੁਣਦੇ ਹੋ, ਇਟ ਮੀਨਸ ਆਪਾਂ ਵੀਜ਼ਾ ਆਫਿਸਰ ਨੂੰ ਇਹ ਕਲੀਅਰ ਕਰ ਪਾਉਂਦੇ ਆ ਕਿ ਇਹ ਦੋ ਅਗਲੇ ਸਟੈਪ ਦੀ ਪੜ੍ਹਾਈ ਕਰਨ ਲਈ ਆ ਰਿਹਾ। ਰੈਲੇਵੈਂਟ ਕੋਰਸ ਚੁਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਥੋੜੀ ਜਿਹੀ ਆਪਣੀ ਰਿਸਰਚ ਵੀ ਕਰੋ, ਥੋੜਾ ਜਿਹਾ ਕੰਸਲਟੈਂਟ ਉਹ ਚੁਣੋ ਜਿਸ ਦਾ ਸਕਸੈਸ ਰੇਟ ਚੰਗਾ, ਜੋ ਤੁਹਾਨੂੰ ਪਰਸਨਲੀ ਮਿਲ ਕੇ ਖੁਦ ਗਾਈਡ ਕਰਦਾ ਹੈ।
ਜੀ ਸੋ ਕਿਤੇ ਨਾ ਕਿਤੇ ਇਹ ਵੀ ਗੱਲ ਧਿਆਨ ਦੇਣੀ ਹੋਊਗੀ ਜੀ ਕਿ ਤੁਹਾਡਾ ਕੰਸਲਟੈਂਟ ਜਿਹੜਾ ਹੈ, ਜੇਕਰ ਉਹ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਨਹੀਂ ਕਰਦਾ ਤੇ ਆਪਦੀ ਮਰਜ਼ੀ ਨਾਲ ਹੀ, ਕਈ ਵਾਰੀ ਇਦਾਂ ਹੁੰਦਾ ਕਿ ਕੰਸਲਟੈਂਟ ਜਿਹੜੇ ਆ ਉਹ ਆਪਣੀ ਮਰਜ਼ੀ ਨਾਲ ਹੀ ਕੋਰਸ ਜਿਹੜਾ ਉਹਦੇ ਵਿੱਚ ਦੇ ਦਿੰਦੇ ਆ ਬਿਨਾਂ ਬੈਕਗ੍ਰਾਉਂਡ ਨੂੰ ਦੇਖੇ ਬੱਚੇ ਦੀ, ਤਾਂ ਉਹ ਕਿਤੇ ਨਾ ਕਿਤੇ ਖਤਰਾ ਜਿਹੜਾ ਹੈ ਬਣਿਆ ਰਹਿੰਦਾ ਰਿਫਿਊਜ਼ਲ ਦਾ। ਸੋ ਇਹਨਾਂ ਨੇ ਦੱਸਿਆ ਕਿ ਕੋਰਸ ਜਿਹੜਾ ਉਹਦਾ ਰੈਲੇਵੈਂਟ ਹੋਣਾ ਵੀ ਬਹੁਤ ਜ਼ਰੂਰੀ ਹੈ। ਅਗਰ ਤੁਹਾਡੀ ਸਟੱਡੀ ਦੇ ਨਾਲ ਉਹ ਕੋਰਸ ਜਿਹੜਾ ਹੈ ਰਿਲੇਟ ਕਰਦਾ ਹੋਣਾ ਚਾਹੀਦਾ ਹੈ, ਉਹਦੇ ਨਾਲ ਉਹਦਾ ਮਤਲਬ ਜਿਹੜਾ ਤੁਹਾਡਾ ਸਟਰੀਮ ਸੀ ਉਹਦੇ ਨਾਲ ਮਿਲਿਆ ਜੁਲਿਆ ਹੋਣਾ ਕੋਰਸ ਚਾਹੀਦਾ ਹੈ। ਸੋ ਆਪਾਂ ਗੱਲ ਕਰ ਲੈਂਦੇ ਆ ਸਰ ਐਸਓਪੀ ਨੂੰ ਲੈ ਕਰਕੇ, ਐਸਓਪੀ ਦੀ ਇੰਪੋਰਟੈਂਸ। ਪਹਿਲੇ ਤਾਂ ਕੀ ਇੰਪੋਰਟੈਂਸ ਹੈ ਐਸਓਪੀ ਦੀ, ਔਰ ਬੀਐਮ ਐਜੂਕੇਸ਼ਨ ਸਰਵਿਸਿਜ਼ ਦੀ ਵੀ ਮੈਂ ਗੱਲ ਕਰੂੰਗਾ ਕਿ ਕਿੱਦਾਂ ਜਿਹੜੀ ਹੈ ਤੁਸੀਂ ਐਸਓਪੀ ਦੇ ਵਿੱਚ ਹੈਲਪ ਕਰਦੇ ਹੋ ਜੀ। ਦੇਖੋ, ਜੇਕਰ ਐਸਓਪੀ ਦੀ ਗੱਲ ਕਰਾਂ ਤਾਂ ਐਸਓਪੀ ਹੀ ਮੇਨ ਹੈ। ਜੇਕਰ ਤੁਸੀਂ ਕਿਤੇ ਵੀ ਸਟੱਡੀ ਵੀਜ਼ਾ ਫਾਈਲ ਲਗਾ ਰਹੇ ਹੋ, ਐਸਓਪੀ ਦਾ ਮੀਨਸ ਕੀ ਹੈਗਾ? ਐਸਓਪੀ ਦਾ ਮਤਲਬ ਹੈ ਸਟੇਟਮੈਂਟ ਆਫ ਪਰਪਸ। ਤੁਸੀਂ ਕਿਸ ਪਰਪਸ ਲਈ ਕਿਸ ਕੰਟਰੀ ਵਿੱਚ ਜਾ ਰਹੇ ਹੋ, ਚਾਹੇ ਉਹ ਆਸਟ੍ਰੇਲੀਆ ਚਾਹੇ ਉਹ ਕੈਨੇਡਾ। ਜੇਕਰ ਤੁਸੀਂ ਇੱਕ ਸਮਝਦਾਰ ਸੂਝਵਾਨ ਕੰਸਲਟੈਂਟ ਦੀ ਹੈਲਪ ਨਾਲ ਐਸਓਪੀ ਲਿਖ ਰਹੇ ਹੋਗੇ ਤਾਂ ਇਹ ਕਲੀਅਰ ਹੈਗਾ ਕਿ ਤੁਹਾਡਾ ਵੀਜ਼ਾ ਆਊਗਾ ਹੀ ਆਊਗਾ, ਕਿਉਂਕਿ ਐਸਓਪੀ ਦੇ ਉੱਤੇ ਤੁਹਾਡੀ ਫਾਈਲ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ। ਤੇ ਬੀਐਮ ਐਜੂਕੇਸ਼ਨ ਦੀ ਸਭ ਤੋਂ ਖਾਸ ਗੱਲ ਕੀ ਹੈ ਕਿ ਤੁਹਾਨੂੰ ਐਕਸਪਰਟ ਐਡਵਾਈਸ ਕਰਦੇ ਆ ਕਿ ਤੁਸੀਂ ਆਪਦੀ ਐਸਓਪੀ ਕਿਵੇਂ ਲਿਖੋ। ਪ੍ਰੋਪਰ ਤਰੀਕੇ ਨਾਲ ਸਟੈਪ ਟੂ ਸਟੈਪ ਕੋਰਸ ਰੈਲੇਵੈਂਸੀ ਤੁਹਾਨੂੰ ਸਮਝਾਈ ਜਾਂਦੀ ਹੈਗੀ, ਤੁਹਾਡੇ ਫੰਡਸ ਬਾਰੇ ਸਮਝਾਇਆ ਜਾਂਦਾ, ਤੁਹਾਡੇ ਜੇਕਰ ਤੁਸੀਂ ਵੀਜ਼ਾ ਆਫਿਸਰ ਨੂੰ ਕਿਹੜੇ ਕੁਐਸਚਨਸ ਦੇ ਆਨਸਰ ਕਿਸ ਤਰੀਕੇ ਨਾਲ ਕਰਨੇ, ਇਹ ਸਾਰੀਆਂ ਚੀਜ਼ਾਂ ਬੀਐਮ ਐਜੂਕੇਸ਼ਨ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦਾ। ਤੇ ਮੈਂ ਇੱਕੋ ਹੀ ਗੱਲ ਸਟੂਡੈਂਟਸ ਨੂੰ ਸਮਝਾਉਣਾ ਚਾਹੂੰਗਾ, ਤੁਸੀਂ ਸਟਰੈਂਥ ਦੇਖੋ, ਕਿਸੇ ਵੀ ਇਮੀਗ੍ਰੇਸ਼ਨ ਦੀ ਸਟਰੈਂਥ ਦੇਖੋ। ਐਸਓਪੀ ਜੇਕਰ ਉਸ ਨੂੰ ਵਧੀਆ ਲਿਖਣੀ ਹੁੰਦੀ ਹੈ ਤਾਂ ਉਹਦੀ ਰਿਫਿਊਜ਼ਲ ਨਾਰਮਲ ਨਾਲ ਦੇਖੋ। ਮੈਂ ਇਹ ਨਹੀਂ ਕਹਿੰਦਾ ਕਿ 100% ਸਕਸੈਸ ਰੇਟ ਕਿਸੇ ਦਾ ਵੀ ਹੋਊਗਾ ਜੀ। 100 ਚੋਂ 100 ਜਾਂ 10 ਚੋਂ 10 ਵੀਜ਼ਾ ਕੋਈ ਨਹੀਂ ਲਿਆ ਸਕਦਾ, ਉਹ ਪ੍ਰਮਾਤਮਾ ਦੇ ਹੱਥ ਹੈ। ਪਰ ਜੇਕਰ ਇੱਕ ਇਮੀਗ੍ਰੇਸ਼ਨ ਤੁਹਾਨੂੰ 10 ਪਿੱਛੇ 7 ਜਾਂ 8 ਵੀਜ਼ੇ ਲੈ ਕੇ ਦੇ ਰਿਹਾ ਹੈਗਾ, ਇਟ ਮੀਨਸ ਉਹਦਾ ਸਕਸੈਸ ਰੇਟ ਗੁੱਡ ਹੈਗਾ। ਤਾਂ ਅੱਜ ਬੀਐਮ ਐਜੂਕੇਸ਼ਨ ਇਹੀ ਚੀਜ਼ ਕਰ ਰਿਹਾ, ਸਕਸੈਸ ਰੇਟ ਗੁੱਡ ਸਕਸੈਸ ਰੇਟ ਦੇ ਨਾਲ ਲੋਕਾਂ ਨੂੰ ਵੀਜ਼ਾ ਲੈ ਕੇ ਦੇ ਰਿਹਾ ਹੈਗਾ। ਐਸਓਪੀ ਦੀ ਗੱਲ ਕਰੀਏ ਤਾਂ ਅੱਜ ਬਹੁਤ ਅੱਛੇ ਤਰੀਕੇ ਨਾਲ ਸਟੂਡੈਂਟ ਹੀ ਨਹੀਂ, ਵੀਜ਼ਾ ਆਫਿਸਰ ਵੀ ਕਨਵਿੰਸਡ ਨੇ ਇਸ ਗੱਲ ਤੋਂ ਕਿ ਅੱਛੀ ਐਸਓਪੀ ਕਰਕੇ ਸਟੂਡੈਂਟ ਦੇ ਵੀਜ਼ਾ ਆ ਰਹੇ ਨੇ ਜੀ। ਬਿਲਕੁਲ। ਸੋ ਬਿਲਕੁਲ ਕਿਤੇ ਨਾ ਕਿਤੇ ਆਪਾਂ ਗੱਲ ਕਰਦੇ ਹਾਂ ਕੰਸਲਟੈਂਟ ਦੀ, ਤੇ ਕੰਸਲਟੈਂਟ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਐਸਓਪੀ ਦੇ ਵਿੱਚ। ਔਰ ਹੁਣ ਆਪਾਂ ਗੱਲ ਕਰਾਂਗੇ ਸਰ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਸਟੂਡੈਂਟਸ ਮੰਨ ਲਓ ਉੱਥੇ ਚਲੇ ਜਾਂਦੇ ਨੇ, ਉਹ ਉਹਨਾਂ ਦਾ ਕੁਐਸਚਨ ਹੈ ਕਿ ਵਰਕ ਪਰਮਿਟ ਲਈ ਕਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਧਿਆਨ ਰੱਖਣੀਆਂ ਚਾਹੀਦੀਆਂ, ਇਸ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਸੀਂ ਜ਼ਰੂਰ ਦੱਸੋ। ਦੇਖੋ, ਸਟੂਡੈਂਟ ਦੇ ਦਿਮਾਗ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜੇ ਸਟੂਡੈਂਟ ਅੱਜ ਸਟੱਡੀ ਕਰਨ ਜਾਂਦੇ ਆ, ਕਈ ਸਟੂਡੈਂਟ ਇਹੋ ਜਿਹੇ ਫੈਮਿਲੀਜ਼ ਤੋਂ ਹੁੰਦੇ ਆ, ਕਰਜ਼ਾ ਚੁੱਕ ਕੇ ਜਾਂਦੇ ਹੈਗੇ, ਵਿਆਜ ਤੇ ਪੈਸੇ ਲੈ ਕੇ ਜਾਂਦੇ ਆ, ਜ਼ਮੀਨ ਵੇਚ ਕੇ ਜਾਂਦੇ ਹੈਗੇ, ਬਹੁਤ ਮੁਸ਼ਕਿਲ ਨਾਲ ਪੈਸੇ ਅਰੇਂਜ ਕਰਕੇ ਜਾਂਦੇ। ਤਾਂ ਉਹਨਾਂ ਦਾ ਟਾਰਗੇਟ ਹੁੰਦਾ ਜਲਦੀ ਮੈਂ ਪੇਰੈਂਟਸ ਦੇ ਪੈਸੇ ਉਤਾਰ ਸਕਾਂ, ਘਰੇ ਪੈਸੇ ਭੇਜਣ ਲੱਗ ਜਾ, ਉਹਨਾਂ ਦੀ ਸਪੋਰਟ ਕਰਾਂ। ਤਾਂ ਉਹ ਵਰਕ ਪਰਮਿਟ ਲਈ ਉਹਨਾਂ ਦਾ ਮੇਨ ਟਾਰਗੇਟ ਹੁੰਦਾ ਕਿ ਮੈਂ ਸਟੱਡੀ ਕੰਪਲੀਟ ਜਲਦੀ ਹੋਵੇ ਤੇ ਮੈਂ ਵਰਕ ਪਰਮਿਟ ਲਈ ਅਪਲਾਈ ਕਰਾਂ। ਵਰਕ ਪਰਮਿਟ ਲਈ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ? ਜਦੋਂ ਕਿ ਜੇਕਰ ਤੁਹਾਡਾ ਟਾਰਗੇਟ ਹੈ ਕਿ ਮੈਂ ਅੱਛੀ ਅਰਨਿੰਗ ਲਵਾਂ, ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਬਾਰ-ਬਾਰ ਕਹਿ ਰਿਹਾ, ਕੋਰਸ ਰੈਲੇਵੈਂਟ ਜ਼ਰੂਰ ਹੋਣਾ ਚਾਹੀਦਾ ਹੈਗਾ। ਜੇਕਰ ਰੈਲੇਵੈਂਟ ਕੋਰਸ ਨਹੀਂ ਹੈਗਾ ਤਾਂ ਤੁਹਾਨੂੰ ਵਰਕ ਪਰਮਿਟ ਲੱਭਣ 'ਚ ਹਮੇਸ਼ਾ ਪ੍ਰੋਬਲਮ ਆਊਗੀ। ਤੁਹਾਡਾ ਕੋਰਸ ਉਹ ਹੈਗਾ ਜਿਸ ਬਾਰੇ ਤੁਹਾਡਾ ਇੰਟਰਸਟ ਹੀ ਹੈ ਨਹੀਂਗਾ, ਜਾਂ ਜਿਸ ਨਾਲ ਤੁਹਾਡੀ ਪਿਛਲੀ ਲਾਈਨ ਮੈਚ ਹੀ ਨਹੀਂ ਕਰਦੀ, ਹੋ ਸਕਦਾ ਤੁਹਾਡਾ ਵੀਜ਼ਾ ਆ ਗਿਆ ਪਰ ਵਰਕ ਲੈਣ ਵੇਲੇ ਤੁਹਾਨੂੰ ਉਹ ਕਿਤੇ ਨਾ ਕਿਤੇ ਪ੍ਰੋਬਲਮ ਹੁੰਦੀ ਰਹੇਗਾ। ਕਿਉਂਕਿ ਦੂਜੀ ਵੱਡੀ ਚੀਜ਼, ਜੇਕਰ ਤੁਸੀਂ ਕੋਰਸ ਰੈਲੇਵੈਂਟ ਨਹੀਂ ਚੁਣਿਆ, ਇੰਟਰਸਟ ਦਾ ਕੋਰਸ ਨਹੀਂ ਚੁਣਿਆ, ਤਾਂ ਕੱਲ ਨੂੰ ਹੋ ਸਕਦਾ ਤੁਹਾਨੂੰ ਉਸ ਲਾਈਨ ਦਾ ਕੰਮ ਮਿਲ ਜੇ, ਤਾਂ ਕੀ ਸਾਰੀ ਜ਼ਿੰਦਗੀ ਤੁਸੀਂ ਉਹ ਕੰਮ ਕਰ ਪਾਓਗੇ ਜਿਸ 'ਚ ਇੰਟਰਸਟ ਹੀ ਨਹੀਂ ਹੈਗਾ? ਤਾਂ ਰੈਲੇਵੈਂਟ ਕੋਰਸ ਚੁਣੋ, ਅੱਛੇ ਕੰਸਲਟੈਂਟ ਦੇ ਸਮੇਂ ਨਾਲ ਚੁਣੋ, ਤੇ ਗਲਤੀਆਂ ਨਾ ਕਰੋ। ਬਹੁਤ ਸਾਰੇ ਲੋਕ ਕੀ ਗਲਤੀ, ਸਟੂਡੈਂਟਸ ਸਪੈਸ਼ਲੀ ਇਹ ਗਲਤੀਆਂ ਕਰਦੇ ਆ, ਸਪਲੀਜ਼ ਬਹੁਤ ਜ਼ਿਆਦਾ ਆ ਜਾਂਦੀਆਂ, ਪੜ੍ਹਾਈ ਤੇ ਧਿਆਨ ਨਹੀਂ ਦਿੰਦੇ, ਉਹਨਾਂ ਨੂੰ ਲੱਗਦਾ ਕੈਨੇਡਾ ਪਹੁੰਚ ਗਏ ਹੁਣ ਸਾਨੂੰ ਕੌਣ ਵਾਪਸ ਭੇਜ ਦੂਗਾ। ਤਾਂ ਇਹ ਗਲਤੀਆਂ ਕਰਦੇ ਆ, ਸਪਲੀਆਂ ਉਹਨਾਂ ਦੀਆਂ ਆਉਂਦੀਆਂ, ਕਲਾਸਿਸ ਪੂਰੀਆਂ ਨਹੀਂ ਕਰਦੇ, ਜਾਂ ਫਿਰ ਉਹ ਕੀ ਕਰਦੇ, ਸਟੱਡੀ ਵੀਜ਼ਾ ਤੇ ਪਹੁੰਚੇ ਜਾਨਸਾਰੀ ਕੰਮ ਕਰਨ ਲੱਗ ਗਏ। ਤਾਂ ਉਹਦੇ 'ਚ ਕੀ ਹੋ ਗਿਆ, ਕੋਰਸ ਕਲੀਅਰ ਨਹੀਂ ਹੋਇਆ, ਵਰਕ ਪਰਮਿਟ ਕਿੱਥੋਂ ਮਿਲੇਗਾ? ਤਾਂ ਤੁਸੀਂ ਆਪਦਾ ਕੋਰਸ ਪਹਿਲਾਂ ਰੈਲੇਵੈਂਟ ਕੋਰਸ ਚੁਣੋ, ਉਸ ਤੋਂ ਬਾਅਦ ਕੋਰਸ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰੋ, ਉਸ ਤੋਂ ਬਾਅਦ ਉਸ ਲਾਈਨ 'ਚ ਅੱਗੇ ਫਰਦਰ ਵਰਕ ਪਰਮਿਟ ਲਈ ਅਪਲਾਈ ਕਰੋ। ਜੀ ਸੋ ਬਿਲਕੁਲ ਜੀ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਉੱਥੇ ਸਟੱਡੀ ਵੀਜ਼ਾ ਦੇ ਲਈ ਗਏ ਹੋ, ਪਹਿਲੇ ਤੁਸੀਂ ਆਪਣਾ ਸਟੱਡੀ ਵਾਲਾ ਜਿਹੜਾ ਤੁਹਾਡਾ ਮੇਨ ਮੋਟੋ ਵੀ ਹੈ ਉਹਨੂੰ ਵੀ ਨਾਲ ਤੁਸੀਂ ਜਿਹੜਾ ਹੈ ਉਹ ਧਿਆਨ ਰੱਖੋ ਤੇ ਆਪਣੇ ਲਕਸ਼ ਤੋਂ ਜਿਹੜਾ ਹੈ ਉਹ ਡੋਲੋ ਨਾ। ਸੋ ਹੁਣ ਆਪਾਂ ਗੱਲ ਕਰਾਂਗੇ ਜੀ ਉਹਨਾਂ ਸਟੂਡੈਂਟਸ ਦੀ ਪ੍ਰੋਫਾਈਲ ਦੇ ਬਾਰੇ ਜਿਨ੍ਹਾਂ ਦੀ ਪ੍ਰੋਫਾਈਲ ਜਿਹੜੀ ਹੈ ਵੀਕ ਹੈ, ਤੇ ਉਹ ਪੁੱਛ ਰਹੇ ਨੇ ਵੀ ਉਹਨਾਂ ਦੇ ਲਈ ਆਪਸ਼ਨਸ ਕੀ ਅਵੇਲੇਬਲ ਨੇ, ਜਿਹੜੇ ਗ੍ਰੈਜੂਏਸ਼ਨ ਕਰਕੇ ਵੀ ਘਰਾਂ 'ਚ ਬੈਠੇ ਨੇ। ਤਾਂ ਉਹਨਾਂ ਦਾ ਇਹ ਸਵਾਲ ਹੈ, ਉਹਨਾਂ ਦੇ ਲਈ ਕੀ ਆਪਸ਼ਨ ਨੇ ਸਰ? ਜਿਹੜੇ ਸਟੂਡੈਂਟ ਵੀਕ ਨੇ, ਜਿਨ੍ਹਾਂ ਨੂੰ ਮਤਲਬ ਵੀਕ ਇਨ ਦਾ ਸੈਂਸ ਉਹਨਾਂ ਨੂੰ ਲੱਗਦਾ ਮੈਂ ਆਇਲਸ ਨਹੀਂ ਕਲੀਅਰ ਕਰ ਪਾਉਂਦਾ, ਗੈਪ ਪੈ ਗਿਆ, 12th ਕੀਤੀ ਹੋਈ ਹੈ, ਗ੍ਰੈਜੂਏਸ਼ਨ ਕੀਤੀ ਹੋਈ ਹੈ, ਗੈਪ ਪੈ ਗਿਆ, ਉਦੋਂ ਬਾਅਦ ਮੈਂ ਕੀ ਕਰਾਂ? ਤਾਂ ਯੂਰਪ ਦੀਆਂ ਕੰਟਰੀਜ਼ ਲਈ ਟਰਾਈ ਕਰ ਸਕਦੇ ਆ ਜੀ। ਯੂਰਪ ਉਹਨਾਂ ਲਈ ਇੱਕ ਬੈਸਟ ਆਪਸ਼ਨ ਹੈ ਜੀ, ਕਿ ਜੇਕਰ ਉਹ ਮਤਲਬ ਕੈਨੇਡਾ ਨਹੀਂ ਜਾ ਸਕਦੇ, ਆਇਲਸ ਨਹੀਂ ਕਲੀਅਰ ਹੋ ਪਾ ਰਹੀ, ਆਸਟ੍ਰੇਲੀਆ ਨਹੀਂ ਜਾ ਸਕਦੇ, ਯੂਕੇ ਨਹੀਂ ਜਾ ਸਕਦੇ, ਤਾਂ ਯੂਰਪ ਲਈ ਟਰਾਈ ਕਰਨ। ਯੂਰਪ ਦੇ ਵਿੱਚ
ਤੁਸੀਂ ਜੇਕਰ ਤੁਹਾਡਾ ਗੈਪ ਵੀ ਹੈ ਈਵਨ ਦੈਨ 10 ਸਾਲ ਤੱਕ ਦਾ ਗੈਪ ਐਕਸੈਪਟੇਬਲ ਆ ਉੱਤੇ। ਜੀ। ਜੇਕਰ ਤੁਹਾਡੀ ਆਇਲਸ ਨਹੀਂ ਕਲੀਅਰ ਹੈਗੀ ਤਾਂ ਸਟੂਡੈਂਟ ਲਾਤਵੀਆ 'ਚ ਟਰਾਈ ਕਰ ਸਕਦੇ ਹੈਗੇ, ਉਸ ਤੋਂ ਬਾਅਦ ਯੂਕਰੇਨ 'ਚ ਟਰਾਈ ਕਰ ਸਕਦੇ ਆ, ਪੋਲੈਂਡ 'ਚ ਟਰਾਈ ਕਰ ਸਕਦੇ ਹੈਗੇ, ਕਈ ਕੰਟਰੀਜ਼ ਆ, ਸਵੀਡਨ, ਇਟਲੀ, ਇਹਨਾਂ ਕੰਟਰੀਜ਼ 'ਚ ਟਰਾਈ ਕਰ ਸਕਦੇ ਆ। ਤੇ ਜਿਹੜੇ ਜਮਾ ਸੋਚਦੇ ਵੀ ਆਇਲਸ ਵੀ ਨਹੀਂ ਕਲੀਅਰ ਹੋਣੀ, 8 ਤੋਂ 10 ਸਾਲ ਦਾ ਗੈਪ ਪੈ ਗਿਆ, ਤਾਂ ਯੂਕਰੇਨ ਉਹਨਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੈ। ਜੀ ਜੀ ਜੀ, ਹੁਣ ਤੁਸੀਂ ਗੱਲ ਕੀਤੀ ਯੂਰਪ ਕੰਟਰੀਜ਼ ਜਿਹੜਾ ਇੱਕ ਆਪਸ਼ਨ ਹੈਗਾ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਕਿ ਸਟੂਡੈਂਟਸ ਵੀਕ ਨੇ ਤੇ ਉਹਨਾਂ ਦਾ ਗੈਪ ਵੀ ਹੈਗਾ। ਪਰ ਇਹ ਪੁੱਛਣਾ ਚਾਹਾਂਗਾ, ਮੰਨ ਲਓ ਯੂਕਰੇਨ ਦੇ ਵਿੱਚ ਜਾਂ ਕਿਸੇ ਯੂਰਪ ਕੰਟਰੀ ਦੇ ਵਿੱਚ ਜਾਂਦਾ ਹੈ ਜੀ ਬੱਚਾ, ਸੋ ਉਹਦਾ ਇੰਟਰਵਿਊ ਜਿਹੜਾ ਹੈ ਉੱਥੇ ਆਉਂਦਾ ਹੈ, ਕਿਉਂਕਿ ਬਹੁਤ ਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਬੱਚੇ ਜਿਹੜੇ ਘਬਰਾਉਂਦੇ ਆ ਇੰਟਰਵਿਊ ਦੇਣ ਤੋਂ, ਤੇ ਇੰਟਰਵਿਊ ਤੋਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਕਿ ਇੰਟਰਵਿਊ ਆਏਗੀ ਤਾਂ ਉਹ ਕਨਫਿਊਜ਼ ਹੋ ਜਾਣਗੇ, ਜਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਡਰ ਦੀ ਜਿਹੜੀ ਆ ਉਹ ਸਥਿਤੀ ਬਣ ਜਾਂਦੀ ਹੈਗੀ ਆ ਵੀ ਉਹ ਪੋਜੀਸ਼ਨ ਉਹਨਾਂ ਦੀ ਇਹੋ ਜਿਹੀ ਹੋ ਜਾਂਦੀ ਹੈ। ਕੀ ਕਹਿਣਾ ਚਾਹੋਗੇ ਉਹਨਾਂ ਨੂੰ, ਕੀ ਰਾਏ ਦੇਣਾ ਚਾਹੋਗੇ? ਜਿਹੜੇ ਸਟੂਡੈਂਟ ਯੂਕਰੇਨ ਜਾਣਾ ਚਾਹੁੰਦੇ ਉਹਨਾਂ ਨੂੰ ਮੈਂ ਗੱਲ ਕਲੀਅਰ ਦੱਸ ਦੇਣਾ, ਕੋਈ ਇੰਟਰਵਿਊ ਨਹੀਂ ਆ ਰਿਹਾ ਯੂਕਰੇਨ ਦੇ ਵਿੱਚ। ਯੂਕਰੇਨ ਬਲਕਿ ਉਹਨਾਂ ਸਟੂਡੈਂਟਸ ਲਈ, ਉਹਨਾਂ ਪਰਸਨ ਲਈ ਅੱਜ 골ਡਨ ਓਪਰਚੁਨਿਟੀ ਹੈ ਜਿਨ੍ਹਾਂ ਦਾ ਸਟੱਡੀ ਗੈਪ ਪੈ ਗਿਆ, ਪਰ ਉਹ ਅੱਗੇ ਚਾਹੁੰਦੇ ਹੈਗੇ ਕਿ ਮੈਂ ਅੱਗੇ ਫਰਦਰ ਕਿਸੇ ਹੋਰ ਕੰਟਰੀ 'ਚ ਮੂਵ ਕਰਾਂ ਪਰ ਨਹੀਂ ਜਾ ਸਕਦੇ, ਤਾਂ ਉਹ ਸਟੈਪ ਬਾਏ ਸਟੈਪ ਕਰ ਸਕਦੇ ਹੈਗੇ, ਇੱਕ ਪਾਥਵੇ ਬਣਾ ਸਕਦੇ ਆ ਯੂਕਰੇਨ ਨੂੰ। ਕੀ ਕਰ ਸਕਦੇ ਹੈਗੇ ਕਿ ਜੇ ਉਹਨਾਂ ਦਾ 5 ਸਾਲ 7 ਸਾਲ ਦਾ ਗੈਪ ਹੈ, ਆਈਲੈਟਸ ਨਹੀਂ ਕਲੀਅਰ ਕਰ ਪਾਉਂਦੇ, ਤਾਂ ਯੂਕਰੇਨ ਦੇ ਵਿੱਚ ਜਾਣ, ਉੱਥੇ ਆਪਦੀ ਸਟੱਡੀ ਕੰਪਲੀਟ ਕਰਨ, ਉਸ ਤੋਂ ਬਾਅਦ ਫਰਦਰ ਅੱਗੇ ਕਿਸੇ ਹੋਰ ਵੱਡੀ ਕੰਟਰੀ ਲਈ ਅਪਲਾਈ ਕਰਨ। ਤਾਂ ਇੰਟਰਵਿਊ ਬਿਲਕੁਲ ਨਹੀਂ ਆਉਂਦੀ, ਬਲਕਿ ਯੂਕਰੇਨ ਤੁਹਾਡੇ ਲਈ ਇੱਕ ਰਾਸਤੇ ਖੋਲ ਦਿੰਦਾ ਅਦਰ ਕੰਟਰੀਜ਼ ਦੇ। ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਜੀ, ਜਿੰਨੇ ਵੀ ਆਡੀਅנס ਇਸ ਵੀਡੀਓ ਨੂੰ ਦੇਖ ਰਹੀ ਹੈ ਉਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ, BM ਐਜੂਕੇਸ਼ਨ ਨੇ ਕੋਸ਼ਿਸ਼ ਕੀਤੀ ਹੈ ਸਟੂਡੈਂਟਸ ਦੀ ਹੈਲਪ ਕਰਨ ਦੀ। ਸਭ ਤੋਂ ਪਹਿਲੀ ਚੀਜ਼ ਮੈਂ ਜ਼ਰੂਰ ਦੱਸਣਾ ਚਾਹੂੰਗਾ ਔਨ ਕੈਮਰਾ ਕਿ ਅੱਜ BM ਐਜੂਕੇਸ਼ਨ ਦਾ ਸਕਸੈਸ ਰੇਟ ਬਹੁਤ ਅੱਛਾ ਜਾ ਰਿਹਾ ਹੈਗਾ। ਦੂਜੀ ਵੱਡੀ ਚੀਜ਼, ਜੇਕਰ ਤੁਸੀਂ ਫ੍ਰੀ ਅਸੈਸਮੈਂਟ ਲੈਣਾ ਚਾਹੁੰਦੇ ਹੋਗੇ, ਤੁਸੀਂ ਕਿਸ ਕੰਟਰੀ ਲਈ ਐਲੀਜੀਬਲ ਹੋ, ਕਿੰਨਾ ਖਰਚਾ ਜਾਂ ਕਿੰਨਾ ਸਮਾਂ ਲੱਗੇਗਾ, ਇਹ ਚੀਜ਼ ਜਾਣਨਾ ਚਾਹੁੰਦੇ ਹੋ, ਕਿਹੜਾ ਕਾਲਜ ਜਾਂ ਕਿਹੜਾ ਕੋਰਸ ਮਿਲੇਗਾ, ਤਾਂ ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਸਟੂਡੈਂਟ ਦੀ ਹੈਲਪ ਕਰਨ ਦੀ। ਅਸੀਂ ਫ੍ਰੀ ਅਸੈਸਮੈਂਟ ਦੇ ਰਹੇ ਹਾਂ। ਸਾਡਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈਗਾ, ਉਸ ਨੰਬਰ ਤੇ ਆਪਣੀ ਪ੍ਰੋਫਾਈਲ ਭੇਜ ਕੇ ਤੁਸੀਂ ਸਾਡੇ ਐਕਸਪਰਟਸ ਤੋਂ ਫ੍ਰੀ ਅਸੈਸਮੈਂਟ ਲੈ ਸਕਦੇ ਹੋ। ਦੂਸਰੀ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇੱਕ ਬਹੁਤ ਵੱਡਾ ਸਟੈਪ ਅਸੀਂ ਲੈਣ ਜਾ ਰਹੇ ਹਾਂ ਜੋ ਸ਼ਾਇਦ ਮਾਰਕੀਟ ਦੇ ਵਿੱਚ ਸ਼ਾਇਦ ਅੱਜ ਤੱਕ ਕਿਸੇ ਨੇ ਨਹੀਂ ਕੀਤਾ, ਸਟੂਡੈਂਟ ਦੀ ਹੈਲਪ ਕਰਨ ਲਈ ਅਸੀਂ ਫ੍ਰੀ ਆਇਲਸ ਕਰਵਾ ਰਹੇ ਹਾਂ ਜੀ। ਜੋ ਦੇਖੋ ਸਿਰਫ ਆਨਲਾਈਨ ਆਇਲਸ ਨਹੀਂ ਕਰਵਾ ਰਹੇ ਅਸੀਂ, ਆਇਲਸ ਦੇ ਨਾਲ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ। ਫਸਟ ਇੱਕ ਡੈਡੀਕੇਟਡ ਮਤਲਬ ਸਟਾਫ ਹੋਵੇਗਾ ਜੋ ਤੁਹਾਨੂੰ ਫ੍ਰੀ ਆਇਲਸ ਟ੍ਰੇਨਿੰਗ ਦੇਗਾ, ਪੂਰੇ ਟ੍ਰੇਨਰ ਜੋ ਐਕਸਪਰਟਸ ਹੋਣਗੇ ਤੁਹਾਨੂੰ ਟ੍ਰੇਨਿੰਗ ਦੇਣਗੇ ਆਇਲਸ ਦੇ। ਡੇਲੀ ਟ੍ਰੇਨਿੰਗ ਹੋਏਗੀ, ਉਹ ਇਹ ਨਹੀਂਗਾ ਵੀ ਅੱਜ ਇੱਕ ਲੈਕਚਰ ਆ ਗਿਆ ਤਾਂ ਫਿਰ ਨਹੀਂ ਆਏਗਾ, ਡੇਲੀ ਵਾਂਗੂ ਟ੍ਰੇਨਿੰਗ ਹੋਏਗੀ। ਦੂਸਰੀ ਚੀਜ਼, ਅਸੀਂ ਫ੍ਰੀ ਸਟੱਡੀ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ। ਜਿਹੜੇ ਸਟੂਡੈਂਟ ਹੁਣ ਘਰੇ ਬੈਠ ਕੇ ਪੜ੍ਹਨਾ ਚਾਹੁੰਦੇ ਆ, ਆਨਲਾਈਨ ਐਜੂਕੇਸ਼ਨ ਲੈਣਾ ਚਾਹੁੰਦੇ ਆ, ਸਟੱਡੀ ਮਟੀਰੀਅਲ ਕਿੱਥੋਂ ਲੈਣ, ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਆਪਦੇ ਖਰਚੇ ਤੇ ਸਟੱਡੀ ਮਟੀਰੀਅਲ ਵੀ ਦੇਵਾਂਗੇ, ਪਲੱਸ ਉਹਨਾਂ ਦੇ ਘਰ ਕੋਰੀਅਰ ਵੀ ਕਰਾਂਗੇ। BM ਐਜੂਕੇਸ਼ਨ ਉਸ ਲਈ ਕੁਝ ਚਾਰਜ ਨਹੀਂ ਕਰ ਰਿਹਾ। ਤੀਸਰੀ ਵੱਡੀ ਚੀਜ਼, ਜਿਹੜੇ ਸਟੂਡੈਂਟ ਸਾਡੇ ਥਰੂ ਪੇਪਰ ਫਿਲ ਕਰਨਗੇ ਉਹਨਾਂ ਨੂੰ ਪੇਪਰ ਫਿਲਿੰਗ ਦੇ ਉੱਪਰ ਵੀ ਅਸੀਂ ਹੈਵੀ ਡਿਸਕਾਊਂਟ ਦਵਾਂਗੇ। ਤਾਂ ਮਤਲਬ ਫ੍ਰੀ ਆਇਲਸ ਦੇ ਰਹੇ ਹਾਂ, ਫ੍ਰੀ ਅਸੈਸਮੈਂਟ ਦੇ ਰਹੇ ਹਾਂ। ਸਾਡਾ ਮੇਨ ਟਾਰਗੇਟ ਹੈ ਕਿ ਸਟੂਡੈਂਟ ਦੀ ਵੱਧ ਤੋਂ ਵੱਧ ਹੈਲਪ ਕਰੀਏ ਅਸੀਂ। ਜੀ ਬਿਲਕੁਲ। ਸੋ ਇਹ ਸਨ ਮੇਰੇ ਨਾਲ ਸਾਡੇ ਸਟੱਡੀ ਵੀਜ਼ਾ ਐਕਸਪਰਟ ਸੁਖਜੀਤ ਜੀ, ਔਰ ਜੇਕਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਤਾਂ ਸਾਡਾ ਫੇਸਬੁੱਕ ਪੇਜ ਔਰ ਸਾਡਾ YouTube ਚੈਨਲ ਜਿਹੜਾ ਹੈ ਤੁਸੀਂ ਸਬਸਕ੍ਰਾਈਬ ਕਰ ਲਓ, ਔਰ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਸਾਡੇ ਨਵੇਂ ਨੋਟੀਫਿਕੇਸ਼ਨ ਦੇ ਲਈ। ਸੋ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।